ਸ੍ਰੀ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਸ੍ਰੀ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਸ੍ਰੀ ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਸਿਖਾਵਨ ਪੁਨ ਕੀਓ, ਅਸ ਨਰ ਅਜ਼ਮਤ ਸਾਥ। ਹੋਹਿ ਤੁਰਕ ਕੈਸੇ ਜਬਹਿ, ਬਧਹਿ ਦੀਨ ਕੀ ਗਾਥ। ਸ਼ਾਹ ਸਿਖਾਵਨ ਪੁਨ ਕੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਕਰੁਣਾ ਨਿਧਾਨ, ਪਤਿਤ ਪਾਵਨ ਭਗਤ ਵਛਲ, ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਸਦਕਾ, ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਸੁਣਾਉਂਦਿਆਂ ਹੋਇਆਂ, ਜਿਵੇਂ ਨਾਲ ਪ੍ਰਸੰਗ ਸਤਿਗੁਰਾਂ ਦੇ ਸਾਹਿਬਜ਼ਾਦੇ ਵੱਲੋਂ ਦਿੱਲੀ ਸ਼ਹਿਰ ਦੇ ਵਿੱਚ ਰਹਿੰਦਿਆਂ ਹੋਇਆਂ ਬਾਦਸ਼ਾਹ ਦੇ ਪਾਸ ਜਿਵੇਂ ਜਾਇਆ ਜਾਂਦਾ ਹੈ, ਜਿਵੇਂ ਜਾਂਦੇ ਹਨ ਸਭਾ ਦੇ ਵਿੱਚ, ਸਮੇਂ ਸਮੇਂ ਅਨੁਸਾਰ ਔਰੰਗਜ਼ੇਬ ਬਾਦਸ਼ਾਹ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦੀ ਪਰਖ ਕਰਦਾ ਹੈ। ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਕਰਦਾ ਹੈ, ਜਿਨ੍ਹਾਂ ਦਾ ਸਾਹਮਣਾ ਬਾਬਾ ਰਾਮ ਰਾਏ ਜੀ ਨੂੰ ਕਰਨਾ ਪੈਂਦਾ ਹੈ। ਜਿਵੇਂ ਇੱਕ ਦਿਨ ਔਰੰਗਜ਼ੇਬ ਦੇ ਅਹਿਲਕਾਰ ਕਾਜੀ ਮੁਲਾਣੇ ਅਤੇ ਉਲਮਾ ਵਿਦਵਾਨ ਜਿਹੜੇ ਸਭਾ ਵਿੱਚ ਬਹਿੰਦੇ ਹੈ, ਜਿਹੜੇ ਉਹਨਾਂ ਵਿੱਚ ਈਰਖਾਲੂ ਸਨ, ਉਹਨਾਂ ਨੇ ਖਿਆਲ ਕੀਤਾ ਹੈ ਕਿ ਜਿੰਨਾ ਸਨਮਾਨ ਗੁਰੂ ਕੇ ਸਪੁੱਤਰ ਦਾ ਹੁੰਦਾ ਹੈ, ਉਹਨਾਂ ਸਾਡਾ ਹੁਣ ਨਹੀਂ ਹੁੰਦਾ।
ਇਸ ਲਈ ਉਹਨਾਂ ਦੀ ਹੇਠੀ ਕਰਵਾਈ ਜਾਏ। ਸਭਾ ਦੇ ਵਿੱਚ ਬੈਠਣ ਵਾਸਤੇ ਇਹਨਾਂ ਨੇ ਕਿਹਾ ਕਿ ਜੋ ਚੌਂਕੀ ਡਾਹੀ ਜਾਂਦੀ ਹੈ ਉਹ ਨਾ ਡਾਹੀ ਜਾਏ, ਅਤੇ ਇਸ ਤਰ੍ਹਾਂ ਇਹਨਾਂ ਦਾ ਨਿਰਾਦਰ ਕਰਵਾਈਏ। ਤਿਆਰੀ ਸਾਰੀ ਕਰ ਲਈ, ਚੌਂਕੀ ਨਾ ਡਾਹੀ, ਉਸ ਤਰ੍ਹਾਂ ਹੀ ਵਿਛਾਈ ਜਿਹੀ ਹੇਠਾਂ ਰੱਖੀ। ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਆਪਣੇ ਸਮੇਂ ਅਨੁਸਾਰ ਜਦੋਂ ਬਾਬਾ ਰਾਮ ਰਾਏ ਜੀ ਪਹੁੰਚੇ ਨੇ, ਇਹਨਾਂ ਨੇ ਆਪਣੇ ਬੈਠਣ ਵਾਸਤੇ ਜਦੋਂ ਜਾਣਿਆ ਕਿ ਸਤਿਕਾਰ ਇਹਨਾਂ ਨੇ ਨਹੀਂ ਕੀਤਾ, ਚੌਂਕੀ ਨਹੀਂ ਡਾਈ, ਤਾਂ ਇਹਨਾਂ ਦੀ ਖੋਟ ਸਮਝ ਕੇ ਮਨ ਵਿੱਚ ਫੁਰਨਾ ਕੀਤਾ ਕਿ ਚੌਂਕੀ ਵਾਲਾ ਸਥਾਨ ਜੋ ਚੌਂਕੀ ਵਾਂਗ ਜਿੱਥੇ ਵਿਛਾਈ ਵਿਛੀ ਹੋਈ ਹੈ ਉੱਚਾ ਹੋ ਜਾਏ। ਇਹਨਾਂ ਫੁਰਨਾ ਕੀਤਾ, ਨਾਲ ਹੀ ਉਹ ਥਾਂ ਜਿਵੇਂ ਚੌਂਕੀ ਜਿੰਨੀ ਉੱਚੀ ਹੁੰਦੀ ਹੈ ਇੰਨੀ ਥਾਂ ਉੱਚੀ ਹੋ ਗਈ। ਉਹ ਸੁਜਨੀ ਵਿਛਾਈ ਜਿਹੀ ਜੇ ਉਹ ਕੀਤੀ ਹੋਈ ਸੀ, ਉੱਚੇ ਥਾਂ 'ਤੇ ਫਿਰ ਬੈਠ ਗਏ। ਸਭਾ ਵਿੱਚ ਬੈਠੇ ਹੋਏ ਜਿਹੜੇ ਨਿਰਾਦਰੀ ਕਰਨਾ ਚਾਹੁੰਦੇ ਸਨ, ਸਭ ਹੈਰਾਨ ਹੋ ਗਏ ਅਤੇ ਸ਼ਰਮਿੰਦਗੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਬਚਨ ਬਿਲਾਸ ਜਿਵੇਂ ਸਵਾਲ ਜਵਾਬ ਹੁੰਦੇ ਰਹੇ, ਉਸੇ ਪ੍ਰਕਾਰ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਬਾਬਾ ਰਾਮ ਰਾਏ ਜੀ ਦਿੰਦੇ ਰਹੇ। ਇੱਕ ਦਿਨ ਇਹਨਾਂ ਨੇ ਹੋਰ ਵਿਉਂਤ ਬਣਾਈ। ਕਾਜੀ ਮੁਲਾਣੇ ਜਿਹੜੇ ਈਰਖਾਲੂ ਸਨ, ਉਹਨਾਂ ਨੇ ਕਿ ਸਭਾ ਵਿੱਚ ਜਦੋਂ ਬਾਬਾ ਰਾਮ ਰਾਏ ਜੀ ਆਉਣ, ਉਹਨਾਂ ਤੋਂ ਪਹਿਲਾਂ ਹੀ ਉਹਨਾਂ ਦੇ ਬੈਠਣ ਵਾਲੀ ਚੌਂਕੀ ਦੇ ਉੱਪਰ ਵਿਛਾਈ ਦੇ ਹੇਠਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬਾਣੀ, ਜਿਹਨੂੰ ਇਹ ਗੁਰੂ ਸਰੂਪ ਜਾਣ ਕੇ ਸਤਿਕਾਰ ਦਿੰਦੇ ਹੈ, ਉਸ ਬਾਣੀ ਦੀ ਨਿਰਾਦਰੀ ਇਹਨਾਂ ਦੇ ਕੋਲੋਂ ਕਰਵਾ ਦਈਏ। ਪਹਿਲਾਂ ਤਾਂ ਇਹਨਾਂ ਨੇ ਆਪ ਗੁਰਬਾਣੀ ਦੇ ਸ਼ਬਦਾਂ ਦੀ ਨਿਰਾਦਰੀ ਕੀਤੀ। ਸ਼ਹਿਰ ਦੇ ਵਿੱਚੋਂ ਜਿੱਥੇ ਗੁਰੂ ਬਾਣੀ ਦੇ ਸਰੂਪ ਸਨ, ਗੁਰਬਾਣੀ ਦੇ ਸਰੂਪ ਦੇ ਵਿੱਚੋਂ ਪੋਥੀ ਸਾਹਿਬ ਦੇ ਵਿੱਚੋਂ ਪੱਤਰੇ ਇਹਨਾਂ ਨੇ ਕੱਟ ਕੇ ਲਿਆ ਕੇ ਚੌਂਕੀ ਦੇ ਉੱਪਰ ਰੱਖ ਦਿੱਤੇ ਅਤੇ ਉੱਤੇ ਸੁਜਨੀ ਵਿਛਾਈ ਕਰ ਦਿੱਤੀ, ਪਤਾ ਨਾ ਲੱਗਣ ਦਿੱਤਾ। ਜਦੋਂ ਬਾਬਾ ਰਾਮ ਰਾਏ ਜੀ ਆਏ, ਇਹਨਾਂ ਦੇ ਮਨਾਂ ਦੀ ਖੋਟ ਬਾਬਾ ਜੀ ਨੇ ਜਾਣ ਲਈ ਅਤੇ ਬਚਨ ਕੀਤਾ ਕਿ ਖੋਟੇ ਸੁਭਾਅ ਵਾਲਿਓ, ਖੋਟੀ ਮੱਤ ਤੋਂ ਤੁਸੀਂ ਬਾਜ ਨਹੀਂ ਆਏ। ਇਹ ਬਹੁਤ ਵੱਡਾ ਖੋਟਾ ਤੁਸਾਂ ਕਰਮ ਕੀਤਾ ਹੈ ਗੁਰਬਾਣੀ ਦੀ ਨਿਰਾਦਰੀ ਕਰਨ ਦਾ, ਅਤੇ ਮੇਰੇ ਕੋਲੋਂ ਵੀ ਤੁਸਾਂ ਨਿਰਾਦਰੀ ਕਰਾਉਣੀ ਚਾਹੀ ਹੈ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਵਿਛਾਈ ਦੇ ਹੇਠੋਂ ਗੁਰਬਾਣੀ ਦੇ ਸ਼ਬਦਾਂ ਵਾਲੇ ਪੱਤਰੇ ਕੱਢ ਕੇ ਬਾਬਾ ਜੀ ਨੇ ਆਪਣਾ ਸੀਸ ਝੁਕਾ ਕੇ ਗੁਰਬਾਣੀ ਦੇ ਸ਼ਬਦਾਂ ਨੂੰ, ਗੁਰਬਾਣੀ ਨੂੰ ਨਮਸਕਾਰ ਕੀਤੀ। ਆਖਿਆ ਕਿ ਗੁਰਬਾਣੀ ਸਾਡਾ ਗੁਰੂ ਹੈ, ਬਾਣੀ ਗੁਰੂ ਸਰੂਪ ਹੈ, ਇਸ ਲਈ ਗੁਰਬਾਣੀ ਦਾ ਅਦਬ ਅਸੀਂ ਕਰਦੇ ਹਾਂ। ਆਪਣੇ ਪਾਸ ਗੁਰਬਾਣੀ ਦੇ ਸ਼ਬਦ ਰਖਵਾ ਦਿੱਤੇ। ਫਿਰ ਉੱਤੇ ਵਿਛਾਈ ਕਰਕੇ ਬਾਅਦ ਵਿੱਚ ਆਪ ਬੈਠੇ ਹਨ। ਪਹਿਲਾਂ ਗੁਰਬਾਣੀ ਦੇ ਸ਼ਬਦ ਵੱਖਰੇ ਕਰ ਦਿੱਤੇ। ਜੋ ਸਵਾਲ ਹੁੰਦੇ ਰਹੇ ਸਭਾ ਦੇ ਵਿੱਚ, ਉਹਨਾਂ ਦਾ ਜਵਾਬ ਬਾਬਾ ਰਾਮ ਰਾਏ ਜੀ ਨੇ ਦਿੱਤਾ ਹੈ। ਫਿਰ ਸਭ ਦੀ ਇਸ ਪ੍ਰਕਾਰ ਜਿਹੜੇ ਆਪ ਨਿਰਾਦਰੀ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਫਿਰ ਲੱਜਤ ਹੋਣਾ ਪਿਆ, ਸ਼ਰਮਿੰਦੇ ਹੋਣਾ ਪਿਆ। ਵਿਸਥਾਰ ਪੂਰਵਕ ਪਿਛਲੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰਾਏ ਗਏ ਹਨ। ਅੱਗੇ ਜਿਸ ਤਰ੍ਹਾਂ ਕਥਾ ਵਿਚਾਰ ਆ ਰਹੀ ਹੈ, ਆਓ ਸ਼ਰਧਾ ਭਾਵਨਾ ਸਹਿਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਸਿਖਾਵਨ ਪੁਨ ਕੀਓ। ਤੇ ਫਿਰ ਇਹਨਾਂ ਨੇ ਇੱਕ ਦਿਨ, ਜੋ ਕਿ ਇਹ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਬੈਠਣ ਵਾਲੇ ਨੇ, ਈਰਖਾਲੂ ਹਨ, ਜੋ ਉਹਨਾਂ ਵਿੱਚ ਉਲਮਾਵ ਵਿਦਵਾਨ ਹਨ, ਕਾਜੀ ਮੁਲਾਣੇ ਆਦਿਕ ਹਨ, ਉਹਨਾਂ ਨੇ ਇਕੱਠੇ ਹੋ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਿੱਖਿਆ ਦਿੱਤੀ। ਅਸਨਰ ਅਜ਼ਮਤ ਸਾਥ। ਇਸ ਤਰ੍ਹਾਂ ਕਹਿਣ ਲੱਗੇ
ਕਿ ਇਹੋ ਜਿਹਾ ਜਿਹੜਾ ਮਨੁੱਖ ਹੈ, ਗੁਰੂ ਕਾ ਜੋ ਸਾਹਿਬਜ਼ਾਦਾ ਤੁਹਾਡੇ ਪਾਸ ਆਉਂਦਾ, ਐਸਾ ਜਿਹੜਾ ਮਨੁੱਖ ਹੋਵੇ ਬਹੁਤੀ ਸ਼ਕਤੀ ਕਰਾਮਾਤ ਵਾਲਾ, ਹੋਏ ਤੁਰਕ ਕੈਸੇ ਜਬ ਹੈ। ਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਐਸੇ ਮਹਾਨ ਪੁਰਖ ਨੂੰ ਤੁਰਕ ਬਣਾ ਲਿਆ ਜਾਏ, ਬਧੈ ਦੀਨ ਕੀ ਗਾਥ, ਤਾਂ ਸਾਡੇ ਜੋ ਇਸਲਾਮ ਮਜ਼ਹਬ ਦੀ ਜਿਹੜੀ ਗੱਲ ਹੈ, ਗਾਥਾ ਹੈ ਵਡਿਆਈ ਵਾਲੀ, ਇਹ ਬਹੁਤੀ ਵੱਧ ਜਾਵੇਗੀ। ਚੌਪਈ ਜਿਸ ਮਤ ਮਹਿ ਐਸੋ ਨਰ ਹੋਏ, ਤੇ ਜਿਸ ਮਤ ਦੇ ਵਿੱਚ ਇਹੋ ਜਿਹਾ ਕੋਈ ਮਹਾਨ ਮਹਾਂਪੁਰਖ ਹੁੰਦਾ ਹੈ, ਰਹੇ ਅਨੁਸਾਰ ਹੇਰ ਸਭ ਕੋਏ, ਤਾਂ ਸਭ ਕੋਈ ਲੋਕ ਉਸ ਮਹਾਂਪੁਰਖ ਦੀ ਕਰਨੀ ਵੇਖ ਕੇ, ਉਸ ਦਾ ਪ੍ਰਤਾਪ ਵੇਖ ਕੇ ਉਸ ਦੇ ਅਨੁਸਾਰ ਚੱਲਣ ਲਈ ਤਿਆਰ ਹੁੰਦੇ ਹਨ। ਤਿਸ ਮਤ ਕੋ ਮਾਨਹਿ ਮਨ ਮਾਨਵ, ਤੇ ਉਸ ਦੇ ਮਤ ਨੂੰ, ਜਿਸ ਮਤ ਵਿੱਚ ਐਸਾ ਕੋਈ ਮਹਾਂਪੁਰਖ ਹੋਵੇ, ਉਸ ਮਤ ਨੂੰ ਸਭ ਮਨੁੱਖ ਬੜੇ ਸ਼ਰਧਾ ਭਾਵਨਾ ਨਾਲ ਮੰਨਦੇ ਹਨ। ਗ੍ਰਹਿਣ ਕਰਹਿ ਸ਼ਰਧਾ ਔਰ ਠਾਨਵ, ਤੇ ਹੋਰ ਵੀ ਜਿਨ੍ਹਾਂ ਨੇ ਇਹ ਮਤ ਨਾ ਧਾਰਨ ਕੀਤਾ ਹੋਵੇ, ਉਸ ਮਤ ਵਿੱਚ ਮਹਾਂਪੁਰਖ ਹੋਣ ਕਰਕੇ ਉਹਨਾਂ ਮਹਾਤਮਾ ਦੀ ਕਰਨੀ ਤੋਂ ਪ੍ਰਭਾਵਿਤ ਹੋ ਕੇ ਬੜੇ ਹੀ ਉਦਮ ਉਤਸ਼ਾਹ ਪ੍ਰੇਮ ਸਹਿਤ ਉਸ ਮਤ ਨੂੰ ਲੋਕ ਧਾਰਨ ਕਰਦੇ ਹਨ। ਸਰਬ ਪ੍ਰਕਾਰ ਬਿਰਧਾਵਨ ਕਰੈ, ਤੇ ਸਭ ਤਰ੍ਹਾਂ ਕਰਕੇ ਉਸ ਮਤ ਨੂੰ ਉਹ ਪ੍ਰਫੁੱਲਤ ਕਰਦਾ, ਵਧਾਉਂਦਾ ਹੈ। ਤੁਮ ਕੋ ਇਤੋ ਯਤਨ ਨਹਿ ਪਰੈ, ਤੇ ਬਾਦਸ਼ਾਹ ਸਲਾਮਤ, ਤੁਹਾਨੂੰ ਇੰਨਾ ਕੋਈ ਯਤਨ ਆਪਣੀ ਵੱਲੋਂ ਇਸਲਾਮ ਮਤ ਨੂੰ ਫੈਲਾਉਣ ਦਾ ਨਹੀਂ ਕਰਨਾ ਪਏਗਾ। ਇਹੀ ਏਕ ਜਗ ਤੁਰਕ ਬਨਾਵੈ, ਤੇ ਜੇਕਰ ਇਹੋ ਹੀ ਮਹਾਂਪੁਰਖ ਗੁਰੂ ਕਾ ਸਪੁੱਤਰ ਬਾਬਾ ਰਾਮ ਰਾਏ ਆਪਣੇ ਮਤ ਵਿੱਚ ਸ਼ਾਮਲ ਹੋ ਗਿਆ, ਤਾਂ ਇਹੋ ਹੀ ਬਹੁਤ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਈ ਜਾਏਗਾ। ਦੇ ਸ਼ਰਧਾ ਅਜ਼ਮਤ ਦਿਖਰਾਵੈ, ਤੇ ਜਦੋਂ ਸ਼ਕਤੀ ਕਰਾਮਾਤ ਲੋਕਾਂ ਵਿੱਚ ਉਸ ਦੀ ਪ੍ਰਗਟ ਹੋਏਗੀ, ਤਾਂ ਫਿਰ ਬਹੁਤੀ ਸ਼ਰਧਾ ਕਰਨਗੇ ਲੋਕ। ਅਚਰਜ ਕਰਹਿ ਬਿਲੋਕਹਿ ਜਬ ਹੂੰ, ਤੇ ਜਦੋਂ ਵੀ ਲੋਕ ਵੇਖਣਗੇ ਸਭ ਹੈਰਾਨ ਹੋਇਆ ਕਰਨਗੇ। ਸਭ ਉਠ ਪਾਇਨ ਪਰ ਹੈ ਤਬ ਹੂੰ, ਤੇ ਤਦੋਂ ਜਦੋਂ ਕਿ ਇਹਨਾਂ ਵੱਲੋਂ ਸ਼ਕਤੀ ਵੇਖਿਆ ਕਰਨਗੇ, ਤਾਂ ਸਭ ਲੋਕ ਉੱਠ ਕੇ, ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਨਾਮ ਹੀ ਹੋਇਆ ਕਰੇਗੀ, ਉਹ ਵੀ ਸ਼ਰਧਾ ਧਾਰ ਕੇ ਚਰਨੀ ਪੈ ਜਾਇਆ ਕਰਨਗੇ। ਜਿਸ ਵਿਦ ਕੀ ਸਿੱਖਿਆ ਸਿਖਰਾਵਹਿ, ਤੇ ਜਿਸ ਤਰ੍ਹਾਂ ਦੀ ਵੀ ਇਹ ਸਿੱਖਿਆ ਸਿਖਾਇਆ ਕਰਨਗੇ ਲੋਕਾਂ ਨੂੰ, ਨੀਕੇ ਧਾਰਹਿ ਨਿਸਚਾ ਲਿਆਵਹਿ, ਤੇ ਚੰਗੀ ਤਰ੍ਹਾਂ ਲੋਕ ਧਾਰਨ ਕਰਿਆ ਕਰਨਗੇ ਭਰੋਸਾ ਕਰਕੇ। ਬਲ ਛਲ ਤੇ ਇਸ ਤੁਰਕ ਬਨਾਵੋ, ਤੇ ਇਸ ਲਈ ਬਾਦਸ਼ਾਹ ਇਵੇਂ ਕਰਨਾ ਚਾਹੀਦਾ ਹੈ, ਜ਼ਰੂਰ ਯਤਨ ਕੀਤਾ ਜਾਵੇ ਕਿ ਕੋਈ ਵਲ ਛਲ ਫਰੇਬ ਕਰਕੇ ਇਹਨਾਂ ਨੂੰ ਤੁਰਕ ਬਣਾ ਲਿਆ ਜਾਏ। ਰਾਵਰ ਮਨ ਬਾਂਛਤ ਕੋ ਪਾਵੋ, ਤਾਂ ਮਨ ਇੱਛਤ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ। ਜਿਹੜੀ ਤੁਹਾਡੇ ਮਨ ਦੀ ਇੱਛਾ ਹੈ ਕਿ ਬਹੁਤਾ ਇਸਲਾਮ ਦੇ ਵਿੱਚ ਲੋਕਾਂ ਵਿੱਚ ਵਾਧਾ ਹੋਵੇ, ਇਸਲਾਮ ਦੇ ਅਨੁਯਾਈਆਂ ਵਿੱਚ ਇਸਲਾਮ ਨੂੰ ਧਾਰਨ ਕਰਨ ਵਾਲੇ ਮੁਸਲਮਾਨਾਂ ਦੀ ਗਿਣਤੀ ਬਹੁਤੀ ਵਧੇ, ਤਾਂ ਫਿਰ ਇਹ ਤੁਹਾਡੀ ਇੱਛਾ ਪੂਰੀ ਹੋ ਜਾਏਗੀ। ਬਧੈ ਦੀਨ ਹੋਏ ਸ਼ਰਾ ਮਝਾਰੀ, ਤੇ ਜੇਕਰ ਸ਼ਰ੍ਹਾ ਦੇ ਵਿੱਚ ਇਹ ਚੱਲਣ ਲੱਗ ਪਏ, ਤਾਂ ਲੋਕ ਵੀ ਸ਼ਰ੍ਹਾ ਦੇ ਵਿੱਚ ਚੱਲਣਗੇ, ਦੀਨ ਮਜ਼ਹਬ ਦਾ ਵਾਧਾ ਹੋਏਗਾ। ਕਲਮਾ ਪਠੇ ਹਰਖ ਕਰ ਭਾਰੀ, ਤੇ ਬਹੁਤ ਖੁਸ਼ ਹੋ ਕੇ ਲੋਕ ਇਹਨਾਂ ਦੀ ਕਰਨੀ ਕਮਾਈ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਬਹੁਤੇ ਉਦਮ ਉਤਸ਼ਾਹ ਦੇ ਨਾਲ ਕਲਮਾ ਪੜ੍ਹਿਆ ਕਰਨਗੇ। ਸੁਨਤ ਸ਼ਾਹੋ ਮਨ ਤੇ ਲਲਚਾਵਾ, ਤੇ ਇਸ ਤਰ੍ਹਾਂ ਜਦੋਂ ਇਹਨਾਂ ਦੀ ਸਲਾਹ ਸੁਣੀ ਹੈ ਬਾਬਾ ਰਾਮ ਰਾਏ ਜੀ ਨੂੰ ਮੁਸਲਮਾਨ ਬਣਾਉਣ ਵਾਸਤੇ, ਤਾਂ ਬਹੁਤਾ ਹੀ ਖੁਸ਼ ਹੋਇਆ ਹੈ। ਮਨ ਵਿੱਚ ਇਸ ਨੇ ਵੀ ਲਾਲਚ ਕੀਤਾ ਹੈ, ਲੁਭਾਏਮਾਨ ਹੋਇਆ ਐਸਾ ਕਰਨ ਵਾਸਤੇ। ਤੁਰਕ ਬਨਹਿ ਕੋ ਰਚਹਿ ਉਪਾਵਾ, ਤੇ ਇਸ ਤਰ੍ਹਾਂ ਕਹਿਣ ਲੱਗਾ ਕਿ ਐਸਾ ਕੋਈ ਉਪਾਅ ਯਤਨ ਹੁਣ ਕਰਨਾ ਚਾਹੀਦਾ ਛੇਤੀ, ਕਿ ਜਿਸ ਕਰਕੇ ਇਸ ਨੂੰ ਤੁਰਕ ਬਣਾ ਲਿਆ ਜਾਵੇ ਗੁਰੂ ਕੇ ਸਪੁੱਤਰ ਨੂੰ। ਸਭ ਸੁਖੇਨ ਤਬ ਹੋਏ ਮਨ ਭਾਈ, ਤੇ ਜਿਵੇਂ ਇਹਨਾਂ ਨੇ ਸਲਾਹ ਦਿੱਤੀ ਹੈ ਕਿ ਸੌਖੇ ਹੀ ਲੋਕ ਮੁਸਲਮਾਨ ਬਣਦੇ ਜਾਣਗੇ, ਮਨ ਭਾਉਂਦੀ ਗੱਲ ਇਹ ਹੋ ਜਾਵੇਗੀ। ਇਸ ਪਿੱਛੇ ਬਨ ਹੈ ਸਮੁਦਾਈ, ਤੇ ਜੇ ਇਹ ਗੁਰੂ ਕਾ ਸਪੁੱਤਰ ਮੁਸਲਮਾਨ ਬਣ ਜਾਏਗਾ, ਤਾਂ ਇਸ ਦੇ ਪਿੱਛੇ ਲੱਗ ਕੇ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਉੱਪਰ ਸ਼ਰਧਾ ਰੱਖਣ ਵਾਲੇ ਨੇ, ਉਹ ਵੀ ਮੁਸਲਮਾਨ ਬਣਦੇ ਜਾਣਗੇ।
ਆਜ ਨਿਸਾ ਮਹਿ ਸਭਾ ਲਗਾਏ। ਤੇ ਇਸ ਤਰ੍ਹਾਂ ਇਸਨੇ ਔਰੰਗਜ਼ੇਬ ਨੇ ਸੋਚਿਆ ਹੈ ਕਿ ਅੱਜ ਸ਼ਾਮ ਦੇ ਸਮੇਂ ਜਦੋਂ ਅਸੀਂ ਸਭਾ ਲਗਾਉਂਦੇ ਹਾਂ ਰੋਕਹਿ ਦੁਰਗ ਬਿਖੈ ਨਹਿ ਜਾਏ। ਤੇ ਇਸ ਨੂੰ ਕਿਲੇ ਵਿੱਚ ਹੀ ਰੋਕ ਲਵਾਂਗੇ ਤੇ ਕਿਧਰੇ ਇਹ ਜਾ ਹੀ ਨਾ ਸਕੇ ਬਾਹਰ। ਆਪਣੋ ਖਾਨਾ ਪੁਨਹਿ ਖਵਾਵਹਿ। ਤੇ ਜਦੋਂ ਅਸੀਂ ਆਪਣੇ ਕਿਲੇ ਅੰਦਰ ਹੀ ਗੁਰੂ ਕੇ ਸਾਹਿਬਜ਼ਾਦੇ ਨੂੰ ਰੋਕ ਕੇ ਰੱਖਾਂਗੇ ਤਾਂ ਫਿਰ ਇਹ ਕਿਤੇ ਜਾ ਨਾ ਸਕੇਗਾ। ਬਾਅਦ ਵਿੱਚ ਅਸੀਂ ਆਪਣਾ ਖਾਣਾ ਬਦੋ ਬਦੀ ਇਸ ਨੂੰ ਖਵਾ ਦਿਆਂਗੇ। ਜਿਉ ਕਿਉ ਕਰ ਇਸ ਧਰਮ ਗਿਰਾਵਹਿ। ਤੇ ਜਿਵੇਂ ਕਿਵੇਂ ਕਰਕੇ ਇਸ ਨੂੰ ਧਰਮ ਤੋਂ ਢੀਕ ਦਿਆਂਗੇ ਅਸੀਂ। ਦਰਵਾਨਨ ਸੰਗ ਸ਼ਾਹੋ ਉਚਾਰੇ। ਤੇ ਇਸ ਤਰ੍ਹਾਂ ਇਸਨੇ ਆਖ ਕੇ ਜਿਹੜੇ ਗੁਰੂ ਘਰ ਦੇ ਈਰਖਾਲੂ ਹਨ ਉਹਨਾਂ ਦੀ ਸਲਾਹ ਇਸ ਔਰੰਗਜ਼ੇਬ ਨੇ ਮੰਨ ਕੇ ਤੇ ਤਿਆਰੀ ਕੀਤੀ ਹੈ ਗੁਰੂ ਕੇ ਸਪੁੱਤਰ ਨੂੰ ਕਿਲੇ ਦੇ ਵਿੱਚ ਹੀ ਬੰਦ ਕਰਕੇ ਰੱਖਣ ਵਾਸਤੇ। ਇਸ ਨੇ ਜਿਹੜੇ ਕਿ ਪਹਿਰੇਦਾਰ ਆਦਿਕ ਹਨ, ਦਰਵਾਜ਼ੇ ਤੇ ਪਹਿਰੇ ਦੇਣ ਵਾਲੇ ਸਿਪਾਹੀ, ਉਹਨਾਂ ਨੂੰ ਕਹਿ ਦਿੱਤਾ ਗੁਰ ਸੁਤ ਅੰਤਰ ਰੱਖ ਦਿਓ ਤਾਰੇ। ਤੇ ਗੁਰੂ ਕੇ ਸਪੁੱਤਰ ਨੂੰ ਅੱਜ ਤੁਸਾਂ ਬਾਹਰ ਨਹੀਂ ਜਾਣ ਦੇਣਾ, ਅੰਦਰ ਹੀ ਜਦੋਂ ਰਹਿੰਦੇ ਰਹਿ ਜਾਣ ਤਾਂ ਫਿਰ ਤੁਸਾਂ ਦਰਵਾਜ਼ੇ ਬੰਦ ਕਰ ਦੇਣੇ। ਨਿਕਸਨ ਕੋ ਜਬ ਤੁਮ ਢਿਗ ਆਵਹਿ। ਜਦੋਂ ਬਾਹਰ ਨਿਕਲਣ ਵਾਸਤੇ ਤੁਹਾਡੇ ਨੇੜੇ ਉਹ ਪਹੁੰਚਣਗੇ ਨਹਿ ਖੋਲੋ ਤਬ ਅਟਕ ਰਹਾਵੈ। ਤਾਂ ਫਿਰ ਤੁਸਾਂ ਦਰਵਾਜ਼ੇ ਨਾ ਖੋਲਣੇ ਤੇ ਉੱਥੇ ਹੀ ਉਹਨਾਂ ਨੂੰ ਰੋਕ ਕੇ ਅੰਦਰ ਹੀ ਰਹਿਣਾ ਪਏਗਾ। ਤੁਮ ਕਹਿ ਦੇਹੁ ਨ ਤਾਰੀ ਇਹਾਂ। ਤੇ ਜੇ ਤੁਹਾਨੂੰ ਪੁੱਛਣਗੇ ਕਿ ਦਰਵਾਜ਼ੇ ਕਿਉਂ ਨਹੀਂ ਖੋਲਦੇ, ਚਾਬੀ ਕਿੱਥੇ ਹੈ, ਕੁੰਜੀ ਕਿੱਥੇ ਹੈ ਦਰਵਾਜ਼ਿਆਂ ਦੀ, ਤਾਂ ਤੁਸਾਂ ਅੱਗੋਂ ਜਵਾਬ ਦੇਣਾ ਕਿ ਇੱਥੇ ਸਾਡੇ ਕੋਲ ਨਹੀਂ ਹੈ। ਪਹੁੰਚੀ ਸ਼ਾਹੋ ਸਥਿਤ ਹੈ ਜਹਾਂ। ਤੇ ਇਹ ਆਖ ਦੇਣਾ ਕਿ ਜਿੱਥੇ ਬਾਦਸ਼ਾਹ ਆਪ ਹੈ ਇਸ ਵਕਤ ਉੱਥੇ ਹੀ ਬਾਦਸ਼ਾਹ ਦੇ ਪਾਸ ਹੀ ਦਰਵਾਜ਼ੇ ਦੇ ਜਿੰਦਰੇ ਦੀਆਂ ਕੁੰਜੀਆਂ ਹਨ। ਇਮ ਕਹਿ ਤੂਸ਼ਨ ਹੋਏ ਕਰ ਰਹੋ। ਤੇ ਇਸ ਤਰ੍ਹਾਂ ਤੁਸਾਂ ਕਹਿ ਦੇਣਾ ਤੇ ਆਪ ਚੁੱਪ ਹੋਏ ਰਹਿਣਾ, ਹੋਰ ਕੋਈ ਗੱਲ ਨਾ ਕਰਨੀ। ਨਿਕਸਨ ਥਾਨ ਪਾਏ ਨਹਿ ਲਹੋ। ਤੇ ਇਸ ਪ੍ਰਕਾਰ ਜਦੋਂ ਕਿ ਉਹਨਾਂ ਨੂੰ ਨਿਕਲਣ ਵਾਸਤੇ ਕੋਈ ਰਾਹ ਨਾ ਲੱਭੇਗਾ, ਇਸ ਤਰ੍ਹਾਂ ਜਾਣਿਆ ਜਾਵੇਗਾ। ਸਾਦਰ ਕਹੋ ਨ ਬੋਲੋ ਫੇਰ। ਤੇ ਫਿਰ ਜੇ ਕੋਈ ਗੱਲ ਕਰਨੀ ਹੈ ਤਾਂ ਉਹਨਾਂ ਨੂੰ ਆਦਰ ਦੇ ਸਹਿਤ ਹੀ ਕਹਿਣਾ ਤੇ ਹੋਰ ਕੋਈ ਗੱਲਬਾਤ ਉਹਨਾਂ ਨਾਲ ਨਹੀਂ ਛੇੜਨੀ। ਹਟਕ ਰਹਿ ਗੋ ਤਾਰੋ ਹੇਰ। ਤੇ ਉਹ ਜੰਦਰਾ ਲੱਗਾ ਹੋਇਆ ਦਰਵਾਜ਼ੇ ਨੂੰ ਵੇਖ ਕੇ ਮੁੜ ਕੇ ਅੰਦਰ ਹੀ ਕੈਦ ਵਿੱਚ ਹੀ ਰਹਿਣਗੇ ਕਿਲੇ ਅੰਦਰ। ਇਮ ਸਲਾਹ ਨੌ ਰੰਗ ਨੇ ਕਰੀ। ਇਸ ਤਰ੍ਹਾਂ ਔਰੰਗਜ਼ੇਬ ਨੇ ਜੋ ਸਲਾਹ ਇਹ ਕੀਤੀ ਹੈ ਤੇ ਇਸੇ ਪ੍ਰਕਾਰ ਕਰਨ ਵਾਸਤੇ ਇਸ ਨੇ ਆਪਣੇ ਦਰਵਾਜ਼ੇ ਤੇ ਜਿਹੜੇ ਪਹਿਰੇ ਦੇਣ ਵਾਲੇ ਉਹਨਾਂ ਨੂੰ ਸਮਝਾ ਦਿੱਤਾ। ਮੂਡ ਮੁਲਾਨ ਕਹੇ ਮਤ ਹਰੀ। ਤੇ ਇਸ ਪ੍ਰਕਾਰ ਇਸ ਦੀ ਮਤ ਜਿਹੜੀ ਹੈ ਵਿਚਲਾ ਦਿੱਤੀ ਹੈ। ਮੂਰਖ ਮਤ ਵਾਲੇ ਜਿਹੜੇ ਮੁਲਾਣੇ ਹਨ ਉਹਨਾਂ ਨੇ ਸਭਾ ਜਾਮਨੀ ਬਿਖੈ ਲਗਾਈ। ਤੇ ਰਾਤ ਦਾ ਜਦੋਂ ਸਮਾਂ ਹੋਇਆ ਇਸ ਨੇ ਆਪਣੇ ਪਾਸ ਸਭਾ ਲਗਾਈ। ਆਨ ਭਏ ਮਾਨਵ ਸਮੁਦਾਈ। ਇਸ ਪ੍ਰਕਾਰ ਜਦੋਂ ਇਸ ਬਾਦਸ਼ਾਹ ਔਰੰਗਜ਼ੇਬ ਨੇ ਸਭਾ ਲਗਾਈ ਹੈ ਤੇ ਜਿਹੜੇ ਇਹਦੀ ਸਭਾ ਵਿੱਚ ਬੈਠਣ ਵਾਲੇ ਕਾਜੀ, ਮੁਲਾਣੇ, ਅਹਿਲਕਾਰ, ਉਲਮਾਬ, ਵਿਦਵਾਨ ਕਹੇ ਜਾਂਦੇ ਸਭ ਆ ਕੇ ਬੈਠ ਗਏ। ਤਬ ਸ਼੍ਰੀ ਰਾਮ ਰਾਏ ਚਲ ਆਏ। ਤਦੋਂ ਇਹਨੇ ਨੂੰ ਸਭਾ ਲੱਗੀ ਜਾਣ ਕੇ ਆਪਣੇ ਸਮੇਂ ਅਨੁਸਾਰ ਬਾਬਾ ਰਾਮ ਰਾਏ ਜੀ ਵੀ ਚੱਲ ਕੇ ਇਸ ਦੀ ਸਭਾ ਵਿੱਚ ਪਹੁੰਚੇ ਹਨ। ਜਿਸ ਪ੍ਰਤਾਪ ਤੁਰਕਨ ਪਰ ਛਾਏ। ਤੇ ਜਿਸ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦਾ ਬਹੁਤਾ ਹੀ ਤੇਜ ਪ੍ਰਤਾਪ ਸਭ ਇਹਨਾਂ ਤੁਰਕ ਲੋਕਾਂ ਉੱਪਰ ਛਾਇਆ ਹੋਇਆ। ਉੱਤਰ ਪਾਲਕੀ ਤੇ ਤਹ ਗਇਓ। ਤੇ ਆਪਣੀ ਪਾਲਕੀ ਦੇ ਵਿੱਚ ਬੈਠ ਕੇ ਬਾਬਾ ਰਾਮ ਰਾਏ ਜੀ ਮਜਨੂ ਦੇ ਟਿੱਲੇ ਵਾਲੇ ਅਸਥਾਨ ਤੋਂ ਚੱਲ ਕੇ ਪਾਸ ਇਹਨਾਂ ਦੇ ਕਿਲੇ ਕੋਲ ਪਹੁੰਚੇ ਹੈ। ਪਾਲਕੀ ਤੋਂ ਸੋ ਜੋ ਸਵਾਰ ਹੋਏ ਹੋਏ ਕਿਲੇ ਅੰਦਰ ਪ੍ਰਵੇਸ਼ ਹੋਏ ਨੇ ਤੇ ਪਾਲਕੀ ਤੋਂ ਉਤਰ ਕੇ ਸਭਾ ਦੇ ਵਿੱਚ ਗਏ ਹਨ। ਸ਼ਾਹ ਸਭਾ ਮਹਿ ਹੇਰਤ ਭਇਓ। ਤੇ ਜੋ ਬਾਦਸ਼ਾਹ ਔਰੰਗਜ਼ੇਬ ਹੈ ਇਸ ਦੀ ਸਭਾ ਦੇ ਵਿੱਚ ਬੈਠਿਆਂ ਹੋਇਆਂ ਵੱਲ ਵੇਖਣ ਲੱਗੇ। ਸਨਮਾਨਤ ਕਹਿ ਸ਼ਾਹੋ ਬਿਠਾਵਾ। ਤੇ ਕੋਲ ਆਏ ਜਾਣ ਕੇ ਬਾਬਾ ਰਾਮ ਰਾਏ ਜੀ ਨੂੰ ਸਤਿਕਾਰ ਦਿੰਦਿਆਂ ਹੋਇਆਂ ਬਾਹਰੀ ਤੌਰ ਤੇ ਕੇਵਲ ਦਿਖਾਵੇ ਮਾਤਰ ਆਦਰ ਵਾਲੇ ਬੋਲ ਕਹਿੰਦਿਆਂ ਹੋਇਆਂ ਔਰੰਗਜ਼ੇਬ ਨੇ ਕੋਲ ਬਿਠਾਇਆ। ਸਭਨ ਬਿਖੈ ਊਚੋ ਦੁੱਤ ਪਾਵਾ। ਤੇ ਸਭਨਾਂ ਵਿੱਚ
ਉੱਚੀ ਸੋਭਾ ਬਾਬਾ ਰਾਮ ਰਾਏ ਜੀ ਪਾ ਰਹੇ ਹਨ। ਅਨਕ ਪ੍ਰਕਾਰਨ ਕੇਰ ਪ੍ਰਸੰਗ, ਤੇ ਹੋਰ ਅਨੇਕ ਤਰ੍ਹਾਂ ਦੇ ਪ੍ਰਸੰਗਾਂ ਦੀ ਵਿਚਾਰ ਸਭਾ ਦੇ ਵਿੱਚ ਚੱਲੀ ਹੈ। ਬੋਲਤ ਸੁਨਤ ਸਰਬ ਹਿਤ ਸੰਗ, ਤੇ ਜਦੋਂ ਕਿ ਬੋਲਦੇ ਹਨ ਬਾਬਾ ਰਾਮ ਰਾਏ ਜੀ ਤਾਂ ਸੁਣਨ ਵਾਲੇ ਬੜੇ ਪ੍ਰੇਮ ਨਾਲ ਸੁਣਦੇ ਹਨ। ਰਹਿਨ ਸਭਾ ਕੋ ਸਮੈ ਜਿਤੇਕ, ਤੇ ਜਿੰਨਾ ਕੁ ਸਮਾਂ ਸਭਾ ਲੱਗਣ ਦਾ ਬਤੀਤ ਹੋਇਆ ਹੈ ਬਿਗਸਤ ਦਿਓ ਬਿਤਾਏ ਤਿਤੇਕ, ਤੇ ਬੜਾ ਪ੍ਰਸੰਨ ਹੋ ਕੇ ਬਚਨ ਬਾਬਾ ਰਾਮ ਰਾਏ ਜੀ ਸਭਾ ਵਿੱਚ ਸੁਣਾਉਂਦੇ ਰਹੇ ਹੈ ਤੇ ਸੁਣਨ ਵਾਲੇ ਵੀ ਸੁਣ ਕੇ ਖੁਸ਼ ਹੁੰਦੇ ਰਹੇ ਹੈ। ਤੇ ਫਿਰ ਜਿਨ੍ਹਾਂ ਨੂੰ ਪਤਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਨੇ ਛਲ ਰਚਿਆ ਹੋਇਆ ਹੈ, ਹੁਣ ਵੇਖਦੇ ਹਾਂ ਤਮਾਸ਼ਾ ਕਿ ਜਦੋਂ ਇਹਨਾਂ ਨੇ ਸਭਾ ਤੋਂ ਉੱਠ ਕੇ ਬਾਹਰ ਜਾਣਾ ਹੈ, ਕਿਲੇ ਤੋਂ ਬਾਹਰ ਜਾਣ ਦਾ ਯਤਨ ਕਰਨਾ ਹੈ, ਦਰਵਾਜ਼ੇ ਬੰਦ ਹੋਣਗੇ, ਇਹਨਾਂ ਤੋਂ ਬਾਹਰ ਜਾਇਆ ਨਹੀਂ ਜਾਵੇਗਾ। ਫਿਰ ਵੇਖਾਂਗੇ ਕੀ ਹਾਲਤ ਇਹਨਾਂ ਦੀ ਹੁੰਦੀ ਹੈ। ਇਸ ਪ੍ਰਕਾਰ ਕਈ ਖੁਸ਼ ਵੀ ਹੁੰਦੇ, ਐਵੇਂ ਮਸ਼ਕਰੀ ਨਾਲ ਵੀ ਕਈ ਹੱਸਦੇ ਹਨ ਕਿ ਹੁਣ ਤਮਾਸ਼ਾ ਹੀ ਵੇਖਾਂਗੇ। ਸਨੇ ਸਨੇ ਪੁਨ ਉੱਠ ਕਰ ਚਾਲੇ, ਤੇ ਜਿਵੇਂ ਸਹਿਜੇ ਸਹਿਜੇ ਜੋ ਸਭਾ ਲੱਗੀ ਹੋਈ ਹੈ, ਇਸ ਵਿੱਚੋਂ ਇਹ ਜੋ ਕਾਜੀ ਮੁਲਾਣੇ ਉਲਮਾ ਵਿਦਵਾਨ ਆਦਿਕ ਔਰੰਗਜ਼ੇਬ ਦੇ ਸਭ ਉੱਠ ਕੇ ਤੁਰਦੇ ਹੋਏ, ਜੇ ਉਮਰਾਵ ਸਮਾਜ ਵਿਸਾਲੇ, ਜਿਹੜੇ ਅਹਲਕਾਰ ਹਨ ਬਹੁਤੇ ਸਾਜੋ ਸਮਾਨ ਐਸ਼ਵਰਜ ਵਿਭੂਤੀ ਵਾਲੇ ਹਨ, ਰਾਮ ਰਾਏ ਸੰਗ ਬਾਤਨ ਛਿਰਿਓ, ਤੇ ਜਿਸ ਵੇਲੇ ਉਹ ਤਾਂ ਉੱਠ ਕੇ ਚਲੇ ਗਏ, ਬਾਬਾ ਰਾਮ ਰਾਏ ਜੀ ਦੇ ਬਚਨ ਔਰੰਗਜ਼ੇਬ ਨਾਲ ਹੁੰਦੇ ਰਹੇ। ਸਮਾਂ ਬਿਤਾਵਨ ਅਦ ਕੈ ਕਰਿਓ, ਤੇ ਬਹੁਤਾ ਹੀ ਸਮਾਂ ਉੱਥੇ ਗੱਲਬਾਤ ਕਰਦਿਆਂ ਹੋਇਆਂ ਬਤੀਤ ਕੀਤਾ ਹੈ। ਦੋਨੋਂ ਰਹਿ ਗਏ ਬੋਲਤ ਜਬੈ, ਔਰੰਗਜ਼ੇਬ ਬਾਦਸ਼ਾਹ ਬੈਠਾ ਰਿਹਾ ਹੈ ਤੇ ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਬਚਨ ਕਰਦੇ ਹੋਏ ਬੈਠੇ ਹਨ। ਸਰਬ ਪੌਰ ਤਾਰੇ ਦੀਏ ਤਬੈ, ਤਾਂ ਇਹਨੇ ਨੂੰ ਜਿੰਨੇ ਵੀ ਦਰਵਾਜ਼ੇ ਹਨ ਕਿਲੇ ਤੋਂ ਬਾਹਰ ਨਿਕਲਣ ਵਾਸਤੇ, ਉਹਨਾਂ ਸਭ ਦਰਵਾਜ਼ਿਆਂ ਨੂੰ ਜੰਦਰੇ ਲਗਾ ਕੇ ਬੰਦ ਕਰਵਾ ਦਿੱਤਾ ਗਿਆ। ਲਗ ਦੀਰਗ ਕੋ ਰੋਕਣ ਕਰੇ, ਤੇ ਸਭ ਛੋਟੇ ਵੱਡੇ ਜਿੰਨੇ ਵੀ ਦਰਵਾਜ਼ੇ ਨੇ ਬੰਦ ਕਰ ਦਿੱਤੇ ਹਨ ਜੰਦਰੇ ਮਾਰ ਕੇ। ਡਿਡ ਸਾਂਕਰ ਕਪਾਟ ਵੱਡ ਖਰੇ, ਤੇ ਵੱਡੇ ਵੱਡੇ ਤਖਤੇ ਨੇ ਜਿਹੜੇ ਕਿ ਬੂਹਿਆਂ ਦੇ ਉਹ ਬੰਦ ਕੀਤੇ ਹੋਏ ਆ, ਉਹਨਾਂ ਨੂੰ ਸੰਗਲ ਮਾਰ ਕੇ ਜੰਦਰੇ ਲਗਾ ਦਿੱਤੇ। ਸਭਨ ਪਛੇਰੇ ਘਟੀ ਬਿਤਾਈ, ਤੇ ਸਭ ਤੋਂ ਬਾਅਦ ਵਿੱਚ ਜਦੋਂ ਸਭਾ ਵਿੱਚ ਬੈਠਿਆ ਹੋਇਆ ਨੂੰ ਔਰੰਗਜ਼ੇਬ ਦੇ ਪਾਸ ਬਾਬਾ ਰਾਮ ਰਾਏ ਜੀ ਨੂੰ ਘੜੀ ਕੁ ਦਾ ਸਮਾਂ ਹੋਰ ਬਤੀਤ ਹੋਇਆ। ਉਠਿਓ ਸ਼ਾਹੋ ਮਨ ਮੋਦ ਉਪਾਈ, ਤੇ ਆਪਣੇ ਮਨ ਵਿੱਚ ਆਨੰਦ ਵਧਾ ਕੇ ਔਰੰਗਜ਼ੇਬ ਉੱਥੋਂ ਉੱਠਿਆ ਹੈ। ਅੰਤਹਿਪੁਰ ਕੋ ਕੀਸ ਪਿਆਨਾ, ਆਪ ਆਪਣੇ ਮਹਿਲਾਂ ਵੱਲ ਨੂੰ ਚੱਲ ਕੇ ਚਲਾ ਗਿਆ ਔਰੰਗਜ਼ੇਬ। ਪਹੁੰਚੇ ਅਪਰ ਆਪਨੇ ਥਾਨਾ, ਤੇ ਹੋਰ ਜਿਹੜੇ ਵੀ ਲੋਕ ਹਨ ਸਭਾ ਵਿੱਚ ਬਹਿਣ ਵਾਲੇ, ਉਹ ਸਭ ਆਪੋ ਆਪਣੀ ਥਾਵਾਂ ਤੇ ਚਲੇ ਗਏ। ਗੁਰ ਸੁਤ ਸਿਵਕਾ ਪਰ ਅਸਵਾਰ, ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਆਪਣੇ ਦਾਸਾਂ ਸੇਵਕਾਂ ਨੂੰ ਨਾਲ ਲੈ ਕੇ ਆਪਣੀ ਜਿੱਥੇ ਕਿ ਪਾਲਕੀ ਹੈ, ਪਾਲਕੀ ਵਿੱਚ ਬੈਠ ਕੇ ਆਏ, ਉਸ ਪਾਲਕੀ ਵਿੱਚ ਜਾ ਬੈਠੇ ਹਨ। ਗਮਨਿਓ ਨਿਜ ਡੇੜੇ ਹੋਏ ਤਿਆਰ, ਤੇ ਆਪਣੇ ਡੇਰੇ ਮਜਨੂੰ ਦੇ ਟਿੱਲੇ ਵਾਲੇ ਸਥਾਨ ਤੇ ਜਾਣ ਵਾਸਤੇ ਤਿਆਰ ਹੋ ਗਏ ਹਨ। ਪਾਲਕੀ ਵਿੱਚ ਬਹਿ ਕੇ ਜਬ ਹੈ ਪੌਰ ਆਇਓ ਕਿਆ ਹੇਰਾ, ਤੇ ਜਿਸ ਵੇਲੇ ਬਾਬਾ ਜੀ ਦੀ ਪਾਲਕੀ ਜੋ ਦਰਵਾਜ਼ੇ ਦੇ ਨੇੜੇ ਪਹੁੰਚੀ ਹੈ, ਆਣ ਕੇ ਕੀ ਵੇਖਿਆ ਹੈ, ਕਰਿਓ ਅਸੰਜਤ ਤਾਰੋ ਪਹਿਰਾ, ਇਹਨਾਂ ਨੇ ਤਾਂ ਤਾਲੇ ਲਗਾਏ ਹੋਏ ਨੇ ਤੇ ਜੋ ਤਖਤੇ ਹੈ ਦਰਵਾਜ਼ੇ ਦੇ ਕਿਲੇ ਦੇ ਬੰਦ ਕੀਤੇ ਹੋਏ ਹਨ। ਦਰਬਾਨਨ ਸੋ ਗੁਰਸੁਤ ਭਾਖਾ, ਤੇ ਜਿਹੜੇ ਪਹਿਰੇਦਾਰ ਨੇ ਇਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਆਖਿਆ ਬਚਨ, ਹਮ ਕਹੋ ਕਿਉ ਤੁਮ ਅੰਤਰ ਰਾਖਾ, ਕਿ ਪਹਿਰੇਦਾਰੋ ਤੁਸਾਂ ਸਾਨੂੰ ਅੰਦਰ ਕਿਉਂ ਰੱਖਿਆ ਹੈ, ਇੱਥੇ ਹੀ ਕਿਉਂ ਬੰਦ ਕਰ ਦਿੱਤਾ ਹੈ, ਅਸੀਂ ਅਜੇ ਬਾਹਰ ਜਾਣਾ, ਪਹਿਲਾਂ ਤੁਸਾਂ ਦਰਵਾਜ਼ੇ ਬੰਦ ਕਰ ਦਿੱਤੇ ਨੇ। ਸਾਂਕਰ ਮੋਚੋ ਗਮਨਹਿ ਡੇਰੇ, ਆ ਜੋ ਸੰਗਲ ਮਾਰੇ ਆ, ਜੰਦਰੇ ਲਗਾਏ ਆ, ਇਹਨਾਂ ਸੰਗਲਾਂ ਨੂੰ ਖੋਲੋ, ਅਸੀਂ ਆਪਣੇ ਡੇਰੇ ਨੂੰ ਜਾਈਏ। ਬਹੁਰ ਲੇਹੋ ਇਸ ਹੀ ਬਿਦ ਭੇਰੇ, ਜਿਵੇਂ ਤੁਸੀਂ ਹੁਣ ਬੰਦ ਕੀਤਾ ਹੋਇਆ ਹੈ, ਇਸੇ ਤਰ੍ਹਾਂ ਬਾਅਦ ਵਿੱਚ ਜੰਦਰੇ ਮਾਰ ਲਿਓ। ਉੱਚੋ ਚੜਿਓ ਕਹੈ ਦਰਬਾਨ, ਤੇ ਉੱਚੇ ਥਾਂ ਤੇ ਜੋ ਚੜਿਆ ਹੋਇਆ ਹੈ ਦਰਬਾਨ ਚੀ ਪਹਿਰੇਦਾਰ ਕਹਿਣ ਲੱਗਾ ਅੱਗੋਂ ਸੁਣ ਕੇ,
ਅਬ ਨਹਿ ਤਾਰੀ ਹੈ ਇਸ ਥਾਨ। ਕਹਿੰਦਾ ਏ ਕਿ ਹੁਣ ਇਸ ਵੇਲੇ ਸਾਡੇ ਪਾਸ ਕੁੰਜੀ ਹੀ ਨਹੀਂ ਹੈ ਇਹਨਾਂ ਤਾਲਿਆਂ ਦੀ। ਜਬ ਸਭ ਪੌਰਨ ਤਾਰੇ ਪਹਿਰੇ। ਤੇ ਜਦੋਂ ਅਸੀਂ ਸਭ ਦਰਵਾਜ਼ਿਆਂ ਨੂੰ ਇਹ ਤਾਲੇ ਲਗਾਏ ਸਨ, ਸਭ ਤਾਰੀ ਅੰਤਰ ਇਸ ਬੇਰੇ। ਤੇ ਉਸ ਵੇਲੇ ਅਸੀਂ ਸਭ ਜਿੰਨੀਆਂ ਵੀ ਤਾਲੀਆਂ ਜੋ ਕੁੰਜੀਆਂ ਹਨ ਅੰਦਰ ਹੀ ਰੱਖ ਦਿੱਤੀਆਂ ਸਨ। ਅਪਰ ਉਪਾਏ ਨਹੀਂ ਅਬ ਜਾਣੇ। ਤੇ ਹੋਰ ਤਾਂ ਕੋਈ ਜਾਣ ਦਾ ਯਤਨ ਨਹੀਂ ਹੈ, ਤੇ ਨਾ ਹੀ ਕੋਈ ਯਤਨ ਇਹਨਾਂ ਜੋ ਜੰਦਰੀਆਂ ਨੂੰ ਖੋਲ੍ਹਣ ਦਾ ਜਾਣਦੇ ਹਾਂ ਅਸੀਂ। ਅੰਤਰ ਹੀ ਰਹੀਐ ਕਿਸ ਥਾਨੇ। ਤੇ ਤੁਸੀਂ ਹੁਣ ਗੁਰੂ ਕੇ ਸਪੁੱਤਰ ਜੀ ਅੰਦਰ ਹੀ ਕਿਸੇ ਥਾਂ ਤੇ ਕਿਲੇ ਵਿੱਚ ਹੀ ਨਿਵਾਸ ਕਰ ਲਓ, ਅੱਜ ਬਾਹਰ ਨਾ ਜਾਇਓ। ਬਹੁਤ ਪੌਰ ਕਿਮ ਖੁਲਹਿ ਸੋ ਨਾਹੀ। ਤੇ ਹੋਰ ਵੀ ਦਰਵਾਜ਼ੇ ਬੰਦ ਹੀ ਨੇ, ਸਭਨਾਂ ਨੂੰ ਜੰਦਰੇ ਲੱਗੇ ਹੋਏ ਆ, ਤੇ ਕਿਸੇ ਪ੍ਰਕਾਰ ਵੀ ਖੁੱਲ੍ਹ ਨਹੀਂ ਸਕਦੇ ਇਸ ਵੇਲੇ। ਤਾਰੀ ਗਈ ਬਿਖਮ ਥਲ ਜਾਹੀ। ਤੇ ਔਖੇ ਥਾਂ ਤੇ ਹੀ ਰੱਖੀ ਹੋਈ ਹੈ, ਜਿੱਥੋਂ ਪ੍ਰਾਪਤ ਨਹੀਂ ਹੋ ਸਕਦੀ ਕੁੰਜੀ ਇਹਨਾਂ ਜੰਦਰਿਆਂ ਦੀ। ਇਮ ਦਰਵਾਨਨ ਗਿਰਾ ਅਲਾਈ। ਤੇ ਇਸ ਤਰ੍ਹਾਂ ਜਦੋਂ ਇਹ ਪਹਿਰੇਦਾਰਾਂ ਨੇ ਬੋਲ ਬੋਲ ਕੇ ਸੁਣਾਏ, ਗੁਰ ਸੁਤ ਜਾਨੀ ਸਗਲ ਖੁਟਾਈ। ਸਤਿਗੁਰਾਂ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੇ ਇਹਨਾਂ ਸ਼ਬਦਾਂ ਦੀ ਜੋ ਖੋਟ ਹੈ ਮਨਾਂ ਦੀ ਇਹ ਜਾਣ ਲਈ ਹੈ। ਅਤ ਮਤ ਮੰਦ ਨ ਸਮਝਹਿ ਕੈਸੇ। ਖੁਟਿਆਈ ਇਹਨਾਂ ਦੇ ਮਨਾਂ ਦੀ ਸਮਝ ਕੇ ਵਿਚਾਰਨ ਲੱਗੇ ਨੇ ਕਿ ਇਹ ਜਿਹੜੇ ਲੋਕ ਹੈ ਨਾ, ਭਾਵੇਂ ਇਹਨਾਂ ਨੂੰ ਬਹੁਤ ਸ਼ਕਤੀਆਂ ਵੀ ਵਿਖਾ ਦਿੱਤੀਆਂ ਹੈ, ਕਰਾਮਾਤਾਂ ਵਿਖਾਤੀਆਂ, ਪਰ ਸ਼ਰਧਾ ਫਿਰ ਵੀ ਸਾਡੇ ਉੱਪਰ ਇਹਨਾਂ ਨੇ ਕੀਤੀ ਨਹੀਂ। ਬਹੁਤੀ ਮੰਦੀ ਮੱਤ ਵਾਲੇ ਨੇ, ਕਿਸੇ ਪ੍ਰਕਾਰ ਵੀ ਇਹ ਸਮਝਣ ਵਾਲੇ ਨਹੀਂ ਹਨ। ਸਭ ਨਿਕਸੇ ਰੋਕਿਓ ਮੁਝ ਐਸੇ। ਤੇ ਸਭ ਲੋਕ ਨਿਕਲ ਗਏ ਐ ਕਿਲੇ ਤੋਂ ਬਾਹਰ, ਜਿਨ੍ਹਾਂ ਦੇ ਸਥਾਨ ਜਿਨ੍ਹਾਂ ਨੇ ਜਾਣਾ ਸੀ ਚਲੇ ਗਏ ਨੇ, ਤੇ ਸਾਨੂੰ ਇਸ ਤਰ੍ਹਾਂ ਇਹਨਾਂ ਨੇ ਰੋਕ ਕੇ ਅੰਦਰ ਹੀ ਰੱਖਿਆ। ਕਰਿਓ ਬਚਨ ਛੂਟਹਿ ਸਭ ਤਾਰੇ। ਤੇ ਇਸ ਪ੍ਰਕਾਰ ਇਹਨਾਂ ਦੀ ਖੋਟ ਜਾਣ ਕੇ ਆਪਣੇ ਰਸਨਾ ਤੋਂ ਬਾਬਾ ਰਾਮ ਰਾਏ ਜੀ ਬਚਨ ਕਰਦੇ ਨੇ ਕਿ ਜਿੰਨੇ ਵੀ ਤਾਲੇ ਇਹ ਲੱਗੇ ਹੋਏ ਆ, ਇਹਨਾਂ ਨੇ ਲਗਾਏ ਨੇ, ਇਹ ਸਭ ਖੁੱਲ੍ਹ ਜਾਣ ਹੁਣ। ਨਿਕਸਹਿ ਸਾਂਕਰ ਖੁਲਹਿ ਕਿਵਾਰੇ। ਤੇ ਇਹ ਦਰਵਾਜ਼ਿਆਂ ਦੇ ਤਖਤੇ ਖੁੱਲ੍ਹ ਜਾਣ, ਸੰਗਲ ਜੋ ਇਹਨਾਂ ਨੇ ਮਾਰੇ ਹੋਏ ਆ ਖੁੱਲ੍ਹ ਜਾਣ, ਅਸੀਂ ਬਾਹਰ ਨਿਕਲ ਸਕੀਏ। ਹਮ ਸੁਖੇਨ ਜਿਮ ਡੇਰ ਨ ਜਾਹੇ। ਤੇ ਅਸੀਂ ਜਿਸ ਪ੍ਰਕਾਰ ਫਿਰ ਸੌਖੇ ਹੀ ਆਪਣੇ ਡੇਰੇ ਨੂੰ ਚਲੇ ਜਾਈਏ। ਸਕਲ ਪੌਰ ਇਸ ਰੀਤ ਖੁਲਾਹੇ। ਤੇ ਇਸ ਪ੍ਰਕਾਰ ਸਾਰੇ ਹੀ ਇਹ ਦਰਵਾਜ਼ੇ ਜੋ ਹਨ ਖੁੱਲ੍ਹ ਜਾਣ ਹੁਣ। ਇਮ ਕਹਿ ਨਿਜ ਦਾਸਨ ਕਹੋ ਪ੍ਰੇਰੇ। ਤੇ ਇਸ ਤਰ੍ਹਾਂ ਬਚਨ ਆਖਿਆ ਏ, ਤਾਂ ਨਾਲ ਹੀ ਆਪਣੇ ਦਾਸ ਸੇਵਕ ਹਨ ਜੋ ਪਾਲਕੀ ਲਿਜਾ ਰਹੇ ਨੇ, ਉਹਨਾਂ ਨੂੰ ਪ੍ਰੇਰਿਤ ਕੀਤਾ। ਚਲੋ ਪਾਲਕੀ ਕਰੋ ਅਗੇਰੇ। ਬਚਨ ਆਖਿਆ ਕਿ ਚਲੋ ਹੁਣ ਤੁਸੀਂ ਤੁਰੋ, ਪਾਲਕੀ ਨੂੰ ਅੱਗੇ ਲਿਜਾਓ। ਜਬ ਗਮਨੇ ਦਰ ਨਿਕਟੀ ਭਇਓ। ਤੇ ਜਿਸ ਵੇਲੇ ਦਰਵਾਜ਼ਾ ਨੇੜੇ ਆ ਗਿਆ ਹੈ, ਪਾਲਕੀ ਨੇੜੇ ਪਹੁੰਚੀ ਹੈ ਦਰਵਾਜ਼ੇ ਦੇ, ਛੁਟ ਸਾਂਕਰ ਤਾਰੋ ਖੁੱਲ ਗਇਓ। ਤੇ ਨਾਲ ਹੀ ਸੰਗਲ ਖੁੱਲ ਗਏ ਨੇ, ਉਹ ਤਾਲੇ ਜੋ ਲੱਗੇ ਹੋਏ ਐ ਉਹ ਖੁੱਲ੍ਹ ਗਏ ਹਨ। ਚਲੀ ਨਿਕਸ ਸਿਵਕਾ ਜਬ ਪੌਰ। ਇਹ ਪਾਲਕੀ ਜਿਸ ਵਿੱਚ ਬਾਬਾ ਰਾਮ ਰਾਏ ਜੀ ਬੈਠੇ ਹੋਏ ਨੇ, ਦਰਵਾਜ਼ੇ ਤੋਂ ਬਾਹਰ ਚਲੀ ਗਈ ਹੈ। ਸਭ ਬਿਸਮਾਏ ਰਹੇ ਤਿਸ ਠੌਰ। ਤੇ ਇਸ ਪ੍ਰਕਾਰ ਨਿਕਲ ਕੇ ਪਾਲਕੀ ਬਾਬਾ ਜੀ ਦੀ ਬਾਹਰ ਚਲੀ ਗਈ ਹੈ। ਤੇ ਜਿਹੜੇ ਵੇਖਣ ਵਾਲੇ ਆ ਦਰਬਾਨਚੀ ਪਹਿਰੇਦਾਰ ਨੇ, ਸਭ ਹੈਰਾਨ ਹੋ ਗਏ। ਹੋਰ ਜਿਹੜੇ ਵੀ ਬਾਦਸ਼ਾਹੀ ਅਹਿਲਕਾਰ ਲੁਕ ਲੁਕ ਕੇ ਵੇਖ ਰਹੇ ਸੀ, ਸਭਨਾਂ ਨੂੰ ਅਚਰਜ ਹੋਣਾ ਪਿਆ। ਸ਼ਾਹ ਸਮੀਪ ਜਾਏ ਸੁਧ ਦਈ। ਤੇ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੇ ਛੇਤੀ ਜਾ ਕੇ ਔਰੰਗਜ਼ੇਬ ਆਪਣੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ। ਅਚਰਜ ਗਤ ਕੁਛ ਲਖੀ ਨ ਗਈ। ਤੇ ਜਾ ਕੇ ਕਹਿਣ ਲੱਗੇ ਕਿ ਬਾਦਸ਼ਾਹ, ਬਹੁਤ ਹੀ ਅਚਰਜ ਕੌਤਕ ਹੋਇਆ, ਜਾਣਿਆ ਨਹੀਂ ਗਿਆ ਕੁਛ ਵੀ। ਆਪਹਿ ਛੁਟ ਸਾਂਕਰ ਖੁੱਲ ਤਾਰੇ। ਤੇ ਆਪੇ ਹੀ ਸੰਗਲ ਖੁੱਲ ਗਏ, ਜੋ ਤਾਲੇ ਬਹੁਤ ਮੋਟੇ ਮਾਰੇ ਹੋਏ ਸੀ ਉਹ ਵੀ ਖੁੱਲ ਗਏ ਹਨ। ਗੁਰ ਸੁਤ ਗਮਨਿਓ ਵਹਿਰ ਸੁਖਾਰੇ। ਤੇ ਗੁਰੂ ਕੇ ਸਾਹਿਬਜ਼ਾਦੇ ਨੂੰ ਤੁਸਾਂ ਤਾਂ ਅੰਦਰ ਰੱਖਣਾ ਚਾਹਿਆ ਸੀ, ਦਰਬਾਨਚੀਆਂ ਨੂੰ ਕਿਹਾ ਸੀ ਤਾਲੇ ਲਗਾ ਕੇ ਰੱਖਿਓ, ਖੋਲ੍ਹੇ ਤਾਂ ਹੈ ਨਹੀਂ ਕਿਸੇ ਨੇ, ਪਰ ਗੁਰੂ ਕਾ ਸਪੁੱਤਰ ਜੋ ਹੈ ਬਾਹਰ ਚਲਾ ਗਿਆ ਹੈ ਸੌਖਾ ਹੀ।
ਜਿਮ ਤੁਮ ਕਹੋ ਕਰਹਿ ਤਿਮ ਜਾਏ। ਤੇ ਅੱਗੇ ਜਿਵੇਂ ਤੁਸੀਂ ਕਹਿੰਦੇ ਹੋ ਤਿਵੇਂ ਅਸੀਂ ਜਾ ਕੇ ਕਰਦੇ ਹਾਂ। ਸੁਨਤ ਸ਼ਾਹੋ ਹਰਖਿਓ ਬਿਸਮਾਏ। ਤੇ ਉਹਨਾਂ ਤੋਂ ਸੁਣ ਕੇ ਔਰੰਗਜ਼ੇਬ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ। ਥਿਤ ਸੁਧ ਹਿਤ ਅੰਤਹਿਪੁਰ ਬਾਹਰ। ਜਿਹੜਾ ਕਿ ਆਪਣੇ ਮਹਿਲ ਦੇ ਵਿੱਚ ਅਜੇ ਪਹੁੰਚਿਆ ਨਹੀਂ, ਬਾਹਰ ਹੀ ਖਬਰ ਦੀ ਉਡੀਕ ਵਾਸਤੇ ਖੜਾ ਸੀ। ਅਜ਼ਮਤ ਅਤਜੁਤ ਇਹ ਜਗ ਜ਼ਾਹਿਰ। ਤੇ ਇਸ ਤਰ੍ਹਾਂ ਉਸਨੇ ਸੋਚ ਲਿਆ, ਕਿਉਂਕਿ ਪਹਿਲਾਂ ਅਜੇ ਮਹਿਲਾਂ ਵਿੱਚ ਬਾਦਸ਼ਾਹ ਗਿਆ ਨਹੀਂ ਹੈ, ਇਸੇ ਗੱਲ ਦੀ ਉਡੀਕ ਵਿੱਚ ਹੈ ਕਿ ਮੈਨੂੰ ਪਤਾ ਲੱਗ ਹੀ ਜਾਵੇ ਕਿ ਅੰਦਰ ਰਹਿੰਦੇ ਹੈ ਤੇ ਕਿਵੇਂ ਬਾਹਰ ਨਹੀਂ ਜਾ ਸਕਦੇ, ਤੇ ਫਿਰ ਕੀ ਹੁੰਦਾ, ਕੀ ਕਰਦੇ ਹਨ ਤੇ ਵਾਪਸ ਮੁੜਦੇ ਹੋਣਗੇ, ਇਸ ਗੱਲ ਦਾ ਮੈਨੂੰ ਪਤਾ ਲੱਗ ਹੀ ਜਾਏ। ਤਾਂ ਇਸ ਪ੍ਰਕਾਰ ਜਦੋਂ ਇਸ ਨੇ ਸੋਚਿਆ ਹੈ, ਬਾਹਰ ਹੀ ਹੈ, ਜੇ ਮਹਿਲਾਂ ਵਿੱਚ ਤਾਂ ਗਿਆ ਨਹੀਂ, ਪਹਿਲਾਂ ਖਬਰ ਮਿਲ ਗਈ ਹੈ ਕਿ ਉਹ ਤਾਂ ਬਾਹਰ ਚਲੇ ਗਏ ਹਨ। ਫਿਰ ਇਹ ਜਾਣ ਕੇ ਇਸ ਨੇ ਵਿਚਾਰਿਆ ਕਿ ਬਹੁਤ ਵੱਡੀ ਇਹ ਸ਼ਕਤੀ ਕਰਾਮਾਤ ਦੇ ਸਹਿਤ ਹਨ, ਸੋ ਪ੍ਰਗਟ ਹੀ ਹੈ ਇਹਨਾਂ ਵਿੱਚ ਸ਼ਕਤੀ ਜੋ ਕਹਾਂ ਰੁਕ ਹੈ ਗਤ ਬੜ ਬਲਵਾਨਾ। ਤੇ ਬਹੁਤੇ ਹੀ ਬਲ ਵਾਲੇ ਸੂਰਮਿਆਂ ਵਾਲੀ ਇਹਨਾਂ ਦੀ ਜੋ ਦਸ਼ਾ ਹੈ, ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਦਰਬਾਨਨ ਸੋ ਪੁਨਹਿ ਬਖਾਨਾ। ਤੇ ਇਸ ਤਰ੍ਹਾਂ ਵਿਚਾਰ ਕੇ ਇਸ ਨੇ ਫਿਰ ਆਪਣੇ ਦਰਬਾਨਚੀਆਂ ਪਹਿਰੇਦਾਰਾਂ ਨੂੰ ਆਵਾਜ਼ ਦਿੱਤੀ ਹੈ। ਕਛੂ ਨ ਬੋਲੋ ਜਾਣੇ ਦੇਹੋ। ਕਹਿੰਦਾ ਹੈ ਕਿ ਇਹਨਾਂ ਨੂੰ ਜਾਣ ਦਿਓ, ਕੁਝ ਵੀ ਹੋਰ ਰੋਕਣ ਵਾਸਤੇ ਗੱਲ ਨਾ ਕਰਿਓ। ਪੌਰ ਅਰਾਏ ਤਿਸੀ ਬਿਦ ਲੇਹੋ। ਤੇ ਪਹਿਲਾਂ ਵਾਂਗ ਦਰਵਾਜ਼ੇ ਬੰਦ ਕਰ ਦਿਓ, ਜੰਦਰੇ ਲਗਾ ਦਿਓ ਹੁਣ। ਗੁਰ ਸੁਤ ਆਏ ਸੈਨ ਕਹੋ ਕੀਨਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੇ ਕਿਲ੍ਹੇ ਦੇ ਵਿੱਚੋਂ ਚੱਲ ਕੇ ਆਣ ਕੇ ਦਰਵਾਜ਼ੇ ਉਸ 'ਤੇ ਲੰਘ ਕੇ ਆਪਣੇ ਡੇਰੇ ਵਿਖੇ ਪਹੁੰਚ ਕੇ ਆਣ ਬਿਰਾਜਮਾਨ ਹੋਏ। ਤੁਰਕ ਉਪਾਏ ਤਿਸੀ ਤੁਰਕ ਉਪਾਏ ਨਿਫਲ ਕਰ ਦੀਨਾ। ਤੇ ਤੁਰਕਾਂ ਨੇ ਜਿਹੜਾ ਆਪਣੇ ਕਿਲ੍ਹੇ ਦੇ ਅੰਦਰ ਬੰਦ ਕਰਕੇ ਰੱਖਣ ਦਾ ਯਤਨ ਕੀਤਾ ਸੀ, ਸਭ ਯਤਨ ਉਹਨਾਂ ਦਾ ਅਸਫਲ ਨਿਸਫਲ ਕਰ ਦਿੱਤਾ। ਭਈ ਪ੍ਰਾਤ ਉਲਮਾਓ ਹਕਾਰੇ। ਤੇ ਫਿਰ ਅਗਲੀ ਸਵੇਰ ਜਦੋਂ ਹੋਈ ਹੈ ਤਾਂ ਔਰੰਗਜ਼ੇਬ ਨੇ ਆਪਣੇ ਉਲਮਾਬ ਵਿਦਵਾਨ ਜਿਨ੍ਹਾਂ ਨੂੰ ਕਹਿੰਦਾ ਹੈ, ਉਹ ਬੁਲਾਏ ਹਨ ਪਾਸ। ਨਿਸ ਬਿਰਤਾਂਤ ਤਿਨ ਪਾਸ ਉਚਾਰੇ। ਤੇ ਰਾਤ ਦਾ ਜੋ ਹਾਲ ਹੈ ਬਾਬਾ ਰਾਮ ਰਾਏ ਜੀ ਵੱਲੋਂ ਸੌਖਾ ਹੀ ਕਿਲ੍ਹੇ ਦੇ ਵਿੱਚੋਂ ਦੀ ਜੋ ਦਰਵਾਜ਼ਿਆਂ ਦੇ ਜੋ ਜੰਦਰੇ ਹਨ ਉਹ ਖੁਲਵਾ ਕੇ ਬਚਨ ਕਰਕੇ ਹੀ ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਕੇ ਬਾਹਰ ਚਲੇ ਗਏ ਹੈ। ਐਸਾ ਹਾਲ ਦੱਸਿਆ ਹੈ, ਸੁਣਾਇਆ ਹੈ। ਰਹਿਓ ਨ ਰੁਕਿਓ ਗਇਓ ਨਿਜ ਡੇਰੇ। ਕਹਿੰਦਾ ਉਹਨਾਂ ਉਲਮਾਵਾਂ ਵਿਦਵਾਨਾਂ ਨੂੰ ਕਿ ਗੁਰੂ ਕਾ ਸਪੁੱਤਰ ਰੋਕਿਆ ਨਹੀਂ ਗਿਆ, ਆਪਣੇ ਡੇਰੇ ਸੌਖਾ ਹੀ ਚਲਾ ਗਿਆ ਹੈ। ਸਾਂਕਰ ਤਾਰੇ ਖੁੱਲੇ ਕਨੇਰੇ। ਤੇ ਬਹੁਤ ਸਾਰੇ ਜਿਹੜੇ ਸੰਗਲ ਮਾਰੇ ਸਨ, ਤਾਲੇ ਮਾਰੇ ਸੀ, ਉਹ ਵੀ ਲਗਾਏ ਹੋਏ ਸੀ, ਉਹ ਖੁੱਲੇ ਹੀ ਰਹਿ ਗਏ ਸੰਗਲ। ਤਬ ਉਲਮਾਉਨ ਸ਼ਾਹੋ ਸੁਨਾਇਓ। ਤਾਂ ਫਿਰ ਅੱਗੋਂ ਚਤਰਾਈ ਨਾਲ ਹੋਰ ਵੀ ਛਲ ਕਪਟ ਭਰੇ ਬੋਲ ਆਪਣੇ ਸੁਣਾਉਣ ਲੱਗੇ ਹਨ ਉਹ ਵਿਦਵਾਨ। ਹਮਕੋ ਅਚਰਜ ਬੜ ਉਰ ਆਇਓ। ਤੇ ਕਹਿੰਦੇ ਕਿ ਸਾਨੂੰ ਵੀ ਬਹੁਤ ਇਸ ਗੱਲ ਦੀ ਹੈਰਾਨੀ ਹੋਈ ਹੈ। ਸੁਨਿਓ ਕਿਸੂ ਤੇ ਖੈਫ ਰੋਮਾਸ। ਸੁਨਿਓ ਕਿਸੂ ਤੇ ਖੈਫ ਰੋਮਾਸ। ਸੁਨਿਓ ਕਿਸੂ ਤੇ ਕੈਫ ਰੋਮਾਸ। ਤੇ ਇਸ ਪ੍ਰਕਾਰ ਕਹਿੰਦੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਅਸੀਂ ਕਿਸੇ ਤੋਂ ਸੁਣਿਆ ਹੈ, ਸੋ ਜਿਹੜੀ ਇਹਨਾਂ ਨੇ ਤਿਆਰੀ ਕੀਤੀ ਹੈ ਹੋਰ ਜੋ ਛਲ ਕਪਟ ਕਰਨ ਵਾਸਤੇ ਜੋ ਵਿਉਂਤ ਬਣਾਈ ਹੈ ਉਹ ਦੱਸਣ ਲੱਗੇ ਹੈ ਕਿ ਅਸੀਂ ਸੁਣਿਆ ਹੋਇਆ ਕਿ ਇਹਨਾਂ ਨੇ ਜੋ ਮਾਸ ਸ਼ਰਾਬ ਆਦਿਕ ਦਾ ਸੇਵਨ ਇਹ ਕਰਦੇ ਹਨ। ਨਿਤ ਖਾਵਤ ਹੈ ਕਰਤ ਬਿਲਾਸ। ਇਸ ਤਰ੍ਹਾਂ ਝੂਠੀ ਕਹਾਣੀ ਇਹਨਾਂ ਨੇ ਘੜੀ ਹੈ ਤੇ ਝੂਠਾ ਇਹ ਇਲਜ਼ਾਮ ਲਗਾਉਣ ਵਾਸਤੇ ਕਹਿੰਦੇ ਹਨ ਕਿ ਇਹ ਨਿਤ ਹੀ ਮਾਸ ਸ਼ਰਾਬ ਖਾਂਦੇ ਪੀਂਦੇ ਹੈ ਤੇ ਬਿਲਾਸ ਆਨੰਦ ਮਾਣਦੇ ਹਨ। ਨਹਿ ਮਾਨੋ ਤਉ ਇੱਕ ਦਿਨ ਚਲੋ। ਤੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਕਹਿੰਦੇ ਨੇ ਕਿ ਜੇਕਰ ਤੁਹਾਡੇ ਮੰਨਣ ਵਿੱਚ ਇਹ ਗੱਲ ਨਹੀਂ ਆਉਂਦੀ ਤੇ ਇੱਕ ਦਿਨ ਇਹਨਾਂ ਦੇ ਡੇਰੇ ਜਾ ਕੇ ਹੀ ਵੇਖ ਲਈਏ ਖਾਂ।
ਤਹ ਆਹਾਰ ਦੇਖੋ ਤਹ ਮਿਲੋ। ਤੇ ਉੱਥੇ ਜਾ ਕੇ ਵੇਖਣਾ ਕਿ ਕਿਵੇਂ ਆਪਣਾ ਭੋਜਨ ਇਹ ਛਕਦੇ ਹਨ, ਜਾ ਕੇ ਮਿਲਣਾ ਕਰਿਓ। ਸੁਨ ਕੈ ਸ਼ਾਹੋ ਕਹਿਓ ਹਮ ਜੈ ਹੈ। ਸੁਣ ਕੇ ਔਰੰਗਜ਼ੇਬ ਕਹਿੰਦਾ ਹੈ ਕਿ ਅਸੀਂ ਜਾਵਾਂਗੇ। ਜੋ ਕਛ ਖਾਏ ਔਚਕ ਪਿਖ ਲੈ ਹੈ। ਤੇ ਜੋ ਕੁਝ ਇਹ ਖਾਂਦੇ ਹਨ ਉਹ ਅਸੀਂ ਅਚਨਚੇਤ ਹੀ ਵੇਖ ਲਵਾਂਗੇ ਜਾ ਕੇ। ਇੱਕ ਜਸੂਸ ਤਹ ਰਾਖੋ ਆਲਾਏ। ਤੇ ਆਪਣਾ ਜਿਹੜਾ ਇੱਕ ਜਸੂਸ ਐਸੂ ਹੀ ਹੈ ਇਹਨਾਂ ਦੇ ਡੇਰੇ ਵਿੱਚ ਲਗਾ ਕੇ ਰੱਖਿਓ। ਸੁਧ ਆਹਾਰ ਕੀ ਜੋ ਕਹਿ ਆਏ। ਤੇ ਜਿਹੜਾ ਕਿ ਇਹਨਾਂ ਵੱਲੋਂ ਭੋਜਨ ਛਕਣ ਵੇਲੇ ਦੀ ਜੋ ਖਬਰ ਹੈ ਸਾਨੂੰ ਆ ਕੇ ਦੱਸ ਦੇਵੇ। ਸੁਨਤ ਸ਼ਰੀਨ ਤੈਸੇ ਕੀਨਸ। ਸੋ ਜਿਹੜੇ ਸ਼ਰਾਬ ਵਾਲੇ ਹਨ, ਜੋ ਉਲਮਾਵ ਆਦਿਕ ਹਨ, ਔਰੰਗਜ਼ੇਬ ਬਾਦਸ਼ਾਹ ਤੋਂ ਸੁਣ ਕੇ ਫਿਰ ਇਸ ਪ੍ਰਕਾਰ ਇਹਨਾਂ ਨੇ ਉਹ ਯਤਨ ਕੀਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਵਿਉਂਤ ਬਣਾਈ ਹੋਈ ਸੀ ਇਲਜ਼ਾਮ ਲਗਾਉਣ ਵਾਸਤੇ ਕਿ ਇਵੇਂ ਆਪਾਂ ਕਰਾਂਗੇ, ਉੱਥੇ ਮਾਸ ਸ਼ਰਾਬ ਆਦਿਕ ਵਾਲੇ ਜਿਹੜੇ ਭਾਂਡੇ ਹਨ ਉਹ ਰੱਖ ਦਿਆਂਗੇ। ਤਾਂ ਉਸ ਵੇਲੇ ਜਦੋਂ ਕਿ ਇਹ ਰੱਖੇ ਹੀ ਹੋਣਗੇ ਉਸੇ ਵਕਤ ਬਾਦਸ਼ਾਹ ਨੂੰ ਉੱਥੇ ਲੈ ਜਾਵਾਂਗੇ ਤੇ ਜਾ ਕੇ ਆਖਾਂਗੇ ਕਿ ਇੱਥੇ ਬਾਦਸ਼ਾਹ ਵੱਲੋਂ ਕਹਾਵਾਂਗੇ ਕਿ ਇਹਨਾਂ ਭਾਂਡਿਆਂ ਦੇ ਵਿੱਚ ਤੁਹਾਡੇ ਪਾਸ ਮਾਸ ਸ਼ਰਾਬ ਪਿਆ ਹੋਇਆ। ਸੋ ਇਸ ਪ੍ਰਕਾਰ ਦੀ ਜਿਹੜਾ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ ਉਸ ਅਨੁਸਾਰ ਕੀਤਾ ਹੈ। ਸੁਨਤ ਸ਼ਰੀਨ ਤੈਸੇ ਕੀਨਸ। ਤਿਵੇਂ ਇਹਨਾਂ ਸ਼ਰ੍ਹਾ ਵਿੱਚ ਚੱਲਣ ਵਾਲਿਆਂ ਨੇ ਨਾ ਮਾਤਰ ਜੋ ਸ਼ਰ੍ਹਾ ਦੇ ਨਿਯਮਾਂ ਵਿੱਚ ਚੱਲਣ ਵਾਲੇ ਕਹੇ ਜਾਂਦੇ ਉਸੇ ਤਰ੍ਹਾਂ ਕੀਤਾ। ਸੁਧ ਲੈ ਬੇਹਿਤ ਨਰ ਪਠ ਦੀਨਸ। ਤੇ ਆਪਣੀ ਵੱਲੋਂ ਇਹਨਾਂ ਨੇ ਜੋ ਝੂਠਾ ਹੀ ਇਹ ਕੰਮ ਕਰਨ ਵਾਸਤੇ, ਜੋ ਖਬਰ ਲੈਣ ਵਾਸਤੇ ਉਸੇ ਪ੍ਰਕਾਰ ਆਪਣਾ ਜੋ ਆਦਮੀ ਹੈ ਉੱਥੇ ਭੇਜ ਦਿੱਤਾ। ਭੋਜਨ ਕਰਨ ਲੱਗਿਓ ਜਿਸ ਛਿਨ ਮੈਂ। ਤੇ ਜਿਸ ਵੇਲੇ ਤਿਆਰੀ ਇਹਨਾਂ ਨੇ ਕੀਤੀ ਹੋਈ ਹੈ ਆਪਣੀ ਵੱਲੋਂ ਹੀ ਉੱਥੇ ਮਾਸ ਸ਼ਰਾਬ ਆਦਿਕ ਰੱਖਣ ਦੀ ਰੱਖ ਦਿੱਤੀ। ਤੇ ਫਿਰ ਜਿਸ ਵੇਲੇ ਬਾਬਾ ਰਾਮ ਰਾਏ ਜੀ ਵੀ ਪ੍ਰਸ਼ਾਦਾ ਛਕਣ ਲੱਗੇ ਹਨ, ਆਏ ਜਸੂਸ ਕਹੀ ਸੋ ਸਭਨ ਮੈਂ। ਤੇ ਉਹ ਸਮਾਂ ਇਹਨਾਂ ਨੇ ਆ ਕੇ ਦੱਸਿਆ ਹੈ। ਜੋ ਇਹਨਾਂ ਨੇ ਜਸੂਸ ਜਿਹਾ ਬਣਾਇਆ ਹੋਇਆ ਸੀ ਸੂਹੀਆ, ਉਸ ਨੇ ਆ ਕੇ ਸਭਾ ਦੇ ਵਿੱਚ ਦੱਸ ਦਿੱਤਾ ਕਿ ਸਭ ਤਿਆਰੀ ਹੋ ਗਈ ਹੈ। ਉਲਮਾਉਨ ਸੁਧ ਸ਼ਾਹੋ ਸੁਨਾਈ। ਤੇ ਜਿਹੜੇ ਕਪਟੀ ਉਲਮਾਬ ਹਨ ਉਹਨਾਂ ਨੇ ਖਬਰ ਔਰੰਗਜ਼ੇਬ ਨੂੰ ਸੁਣਾਈ ਹੈ। ਚਲੋ ਆਪ ਅਬ ਦੇਖੋ ਜਾਈ। ਕਹਿੰਦੇ ਨੇ ਕਿ ਸਾਡੇ ਬਾਦਸ਼ਾਹ ਚੱਲਣਾ ਕਰੋ ਤੁਸੀਂ ਗੁਰੂ ਕੇ ਸਪੁੱਤਰ ਦੇ ਡੇਰੇ ਵਿੱਚ, ਉੱਥੇ ਜਾ ਕੇ ਆਪ ਵੇਖ ਲਓ। ਅਜ਼ਮਤ ਬੰਤ ਕਹਾਵਤ ਜੋਏ। ਜੋ ਗੁਰੂ ਕਾ ਸਾਹਿਬਜ਼ਾਦਾ ਖੁਦ ਨੂੰ ਅਜ਼ਮਤ ਵਾਲੇ ਕਰਾਮਾਤ ਵਾਲੇ ਕਹਾਉਂਦਾ ਹੈ। ਕਰਤ ਕੁ ਕਰਮਨ ਦੁਰ ਕਰ ਜੋਏ। ਸੋ ਜੋ ਕਰਾਮਾਤ ਵਾਲੇ ਕਹੇ ਜਾਂਦੇ ਹਨ ਸੋ ਉਹ ਛੁਪ ਕਰਕੇ ਤੇ ਐਸਾ ਜੋ ਖੋਟਾ ਕੰਮ ਕਰ ਰਹੇ ਹਨ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਮਾਸ ਸ਼ਰਾਬ ਦੇ ਸੇਵਨ ਕਰਨ ਦਾ। ਸਭ ਹਿਨ ਮੈਂ ਦਰਵੇਸ਼ ਕਹਾਵੈ। ਤੇ ਇਸ ਤਰ੍ਹਾਂ ਸਭਨਾਂ ਦੇ ਵਿੱਚ ਜੋ ਦਰਵੇਸ਼ ਮਹਾਨ ਫਕੀਰ ਕਹੇ ਜਾਂਦੇ ਹਨ, ਕਰਹਿ ਬੰਦਗੀ ਸਭਨ ਜਨਾਵੈ। ਤੇ ਸਭਨਾਂ ਵਿੱਚ ਜਾਣੇ ਜਾਂਦੇ ਆ ਕਿ ਉਹ ਬਹੁਤ ਭਾਰੀ ਬੰਦਗੀ ਕਰਦੇ ਹਨ। ਕਹਿਤ ਸੁਣਤ ਇਮ ਆਪਸ ਮਾਹੇ। ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਇਹ ਗੱਲਾਂ ਬਾਤਾਂ ਇਸ ਦੇ ਜੋ ਵਿਦਵਾਨ ਅਹਿਲਕਾਰ ਉਲਮਾ ਕਰਦੇ ਰਹੇ। ਪਹੁੰਚੇ ਗੁਰ ਸੁਤ ਡੇਰੇ ਜਾਹੇ। ਆਪਣੇ ਬਾਦਸ਼ਾਹ ਨੂੰ ਇਹ ਨਾਲ ਲੈ ਕੇ ਗੁਰੂ ਕੇ ਸਪੁੱਤਰ ਦੇ ਡੇਰੇ ਮਜਨੂ ਦੇ ਟੇਲੇ ਵਾਲੇ ਸਥਾਨ ਤੇ ਜਾ ਪਹੁੰਚੇ। ਬੋਤਲ ਧਰੀ ਦੇਖ ਕੈ ਸ਼ਾਹੂ। ਤੇ ਜਿਹੜੀ ਪਾਸ ਬੋਤਲ ਰੱਖੀ ਹੋਈ ਆ ਜੋ ਇਸ ਦੇ ਹੀ ਕਰਿੰਦਿਆਂ ਨੇ ਰੱਖੀ ਹੋਈ ਸੀ ਇਲਜ਼ਾਮ ਲਗਾਉਣ ਵਾਸਤੇ, ਸੋ ਉਹ ਜੋ ਰੱਖੀ ਹੋਈ ਸੀ ਨੇੜੇ, ਤੇ ਉਸ ਵੱਲ ਵੇਖ ਕੇ ਜੋ ਔਰੰਗਜ਼ੇਬ ਕਹਿਣ ਲੱਗਾ, ਕਹਿਓ ਕਹਾਂ ਹੈ ਇਸ ਕੇ ਮਾਹੂ। ਕਹਿੰਦਾ ਇਸ ਵਿੱਚ ਕੀ ਪਾਇਆ ਹੋਇਆ ਹੈ। ਤੁਮਰੇ ਦਰਵੇਸ਼ਨ ਕੋ ਬੇਸ। ਬਾਬਾ ਰਾਮ ਰਾਏ ਜੀ ਨੂੰ ਮੁਖਾਤਬ ਕਰਕੇ ਆਖਦਾ ਹੈ ਕਿ ਤੁਹਾਡਾ ਤਾਂ ਦਰਵੇਸ਼ਾਂ ਫਕੀਰਾਂ ਵਾਲਾ ਹੀ ਜੋ ਲਿਬਾਸ ਹੈ। ਇਹ ਦੁਰ ਕਰ ਕਿਆ ਕਰੋ ਹਮੇਸ਼। ਤੇ ਇਹ ਹਮੇਸ਼ਾ ਤੁਸੀਂ ਕਿਹੋ ਜਿਹੇ ਕਰਮ ਛੁਪ ਕੇ ਕਰਦੇ ਹੋ। ਹਮਨੇ ਆਜ ਸੁਨੀ ਤੁਮ ਰੀਤ। ਤੇ ਤੁਹਾਡੀ ਜੋ ਰੀਤੀ ਹੈ, ਜਿਸ ਪ੍ਰਕਾਰ ਦਾ ਤੁਹਾਡਾ ਆਚਰਣ ਹੈ, ਜਿਵੇਂ ਤੁਹਾਡਾ ਖਾਣਾ ਪੀਣਾ ਹੈ, ਇਸ ਬਾਰੇ ਮੈਂ ਤਾਂ ਅੱਜ ਹੀ ਸੁਣਿਆ ਹੈ। ਦੇਖੀ ਆਏ ਕਰੋ ਵਿਪਰੀਤ। ਤੇ ਆ ਕੇ ਹੁਣ ਮੈਂ ਵੇਖ ਹੀ ਲਿਆ ਉਲਟੀ ਰੀਤੀ ਤੁਸੀਂ ਕਰ ਰਹੇ ਹੋ। ਰਹਿਨੀ ਸੰਤਨ ਕੀ ਸ਼ੁਭ ਕਹਾਂ। ਤੇ ਸ਼ੁਭ ਸ੍ਰੇਸ਼ਟ ਸੰਤਾਂ ਵਾਲੀ ਤੁਹਾਡੀ ਕਰਨੀ ਕਮਾਈ ਮੈਂ ਵੇਖੀ ਸੀ ਤੇ ਸੁਣੀ ਸੀ,
ਪਰ ਮੈਂ ਸਮਝਦਾ ਉਹ ਕਿੱਥੇ ਹੈ, ਉਹ ਸ੍ਰੇਸ਼ਟ ਕਰਨੀ ਤਾਂ ਤੁਹਾਡੀ ਹੈ ਨਹੀਂ। ਤੁਮ ਭਖਿਅਤ ਜਿਮ ਵਿਸ਼ਈ ਮਹਾ, ਤੇ ਜਿਹੜੇ ਜਿਵੇਂ ਕਿ ਵੱਡੇ ਵਿਸ਼ੇ ਵਿਕਾਰੀ ਮਾਸ਼ ਸ਼ਰਾਬ ਆਦਿਕ ਦਾ ਸੇਵਨ ਕਰਦੇ ਆ, ਉਸੇ ਤਰ੍ਹਾਂ ਹੀ ਮੈਂ ਤੁਹਾਨੂੰ ਅੱਜ ਵੇਖਣ ਲੱਗਾ ਹਾਂ। ਕਰਾਮਾਤ ਕਿਮ ਤੁਮ ਕੋ ਤੇ ਹੋਈ, ਤੁਹਾਡੇ ਵਿੱਚ ਸ਼ਕਤੀ ਵੀ ਹੈ, ਕਰਾਮਾਤ ਵੀ ਹੈ, ਪਰ ਉਹ ਸ਼ਕਤੀ ਕਰਾਮਾਤ ਜਿਹੜੀ ਹੈ ਉਹ ਕਿਵੇਂ ਪ੍ਰਾਪਤ ਹੋ ਗਈ? ਚਲਤ ਆਪ ਕੋ ਸ਼ੁਭ ਨਹਿ ਕੋਈ, ਕਿਉਂਕਿ ਤੁਹਾਡਾ ਜੋ ਕੋਈ ਵੀ ਕਰਮ ਹੈ ਇਹ ਤਾਂ ਹੁਣ ਮੈਂ ਵੇਖ ਰਿਹਾ ਕਿ ਸ੍ਰੇਸ਼ਟ ਸ਼ੁਭ ਨਹੀਂ ਹੈ। ਤਬ ਸ਼੍ਰੀ ਰਾਮ ਰਾਏ ਕਟੋਰੇ, ਤਬ ਸ਼੍ਰੀ ਰਾਮ ਰਾਏ ਤਿਨ ਕਹਿਓ। ਤੇ ਇਸ ਤਰ੍ਹਾਂ ਔਰੰਗਜ਼ੇਬ ਤੋਂ ਜਦੋਂ ਸੁਣਿਆ ਤਾਂ ਬਾਬਾ ਰਾਮ ਰਾਏ ਜੀ ਅੱਗੋਂ ਕਹਿਣ ਲੱਗੇ ਹਨ, ਕਿਆ ਬੋਤਲ ਮੈਂ ਤੁਮਨੇ ਲਹਿਓ, ਤੇ ਵੇਖ ਕੀ ਲਿਆ ਤੁਸੀਂ ਬੋਤਲ ਵਿੱਚ, ਤੁਹਾਨੂੰ ਕੀ ਦਿਸਿਆ ਹੈ? ਖੋਲ ਬਦਨ ਜਬ ਪਾਏ ਕਟੋਰੇ, ਤੇ ਉਸੇ ਵਕਤ ਹੀ ਜਿਹੜੇ ਬਾਦਸ਼ਾਹ ਦੇ ਕਰਿੰਦੇ ਨੇ ਉਹ ਬੋਤਲ ਖੋਲ੍ਹਣ ਲੱਗੇ ਆ। ਬੋਤਲ ਖੋਲ੍ਹ ਕੇ ਤੇ ਕਟੋਰੇ ਵਿੱਚ ਉਸ ਵਿੱਚ ਪਾਇਆ ਹੋਇਆ ਪਦਾਰਥ ਪਾਉਣ ਲੱਗੇ। ਨਿਕਸਿਓ ਦੂਧ ਹੇਰ ਭਏ ਹੌਰੇ, ਤੇ ਜਿਸ ਨੂੰ ਇਹਨਾਂ ਨੇ ਬੋਤਲ ਵਿੱਚ ਜਣਾਇਆ ਸੀ ਕਿ ਸ਼ਰਾਬ ਪਈ ਹੋਈ ਹੈ, ਤੇ ਉਸ ਵਿੱਚੋਂ ਜੋ ਦੁੱਧ ਨਿਕਲਿਆ, ਕਟੋਰੇ ਵਿੱਚ ਤਾਂ ਦੁੱਧ ਹੀ ਪਿਆ। ਦੁੱਧ ਪੈਂਦਾ ਵੇਖ ਕੇ ਸਭ ਬਹੁਤੇ ਹੌਲੇ ਹੋ ਗਏ ਤੇ ਸ਼ਰਮਿੰਦੇ ਹੋਣਾ ਪਿਆ ਸਭਨਾਂ ਨੂੰ। ਆਮਿਖ ਕੀ ਹੋਈ, ਆਮਿਖ ਕੀ ਹੋਈ ਤਰਕਾਰੀ, ਤੇ ਜਿਹੜਾ ਆਮਿਖ ਮਾਸ ਆਦਿਕ ਬਣਾਇਆ ਜਿਸ ਭਾਂਡੇ ਵਿੱਚ ਪਾ ਕੇ ਇਹਨਾਂ ਵੱਲੋਂ ਛਲ ਨਾਲ ਰੱਖਿਆ ਹੋਇਆ ਸੀ, ਤੇ ਉਹ ਜਦੋਂ ਵਿਖਾਇਆ ਹੈ ਤਾਂ ਉਸ ਵਿੱਚ ਤਾਂ ਜੋ ਇਹ ਸਬਜ਼ੀ ਬਣੀ ਹੋਈ ਹੀ ਦਿਸੀ ਹੈ। ਬ੍ਰਿੰਦਾਰਕ ਕੀ ਫਾਂਕ ਸੁਧਾਰੀ, ਤੇ ਜਾਣੋ ਕਿ ਉਹ ਉਸ ਵਿੱਚ ਸਬਜ਼ੀ ਹੈ ਜੋ ਕਿ ਬਤੌਆਂ ਆਦਿਕ ਦੀ ਬਣਾਈ ਹੋਈ ਹੈ। ਬਤੌਆਂ ਦੀਆਂ ਫਾੜੀਆਂ ਹੀ ਇਹਨਾਂ ਨੂੰ ਨਜ਼ਰ ਆਈਆਂ ਨੇ। ਤੂਸ਼ਨ ਭਏ ਨ ਕੁਛ ਬਸ ਚਾਲਾ, ਤੇ ਜੋ ਇਹਨਾਂ ਨੇ ਮਾਸ ਸ਼ਰਾਬ ਰੱਖ ਕੇ ਤੇ ਬਾਬਾ ਰਾਮ ਰਾਏ ਨੂੰ ਝੂਠੇ ਕਰਨ ਦਾ ਜੋ ਇਹਨਾਂ ਨੇ ਢੰਗ ਰਚਿਆ ਹੋਇਆ ਸੀ, ਤੇ ਐਸਾ ਵਸ ਇਹਨਾਂ ਦਾ ਕੋਈ ਚੱਲਿਆ ਨਾ, ਤੇ ਸਭ ਨੂੰ ਚੁੱਪ ਹੀ ਹੋਣਾ ਪਿਆ। ਹੇਰ ਹੇਰ ਹੈਰਾਨ ਬਿਸਾਲਾ, ਤੇ ਇਸ ਪ੍ਰਕਾਰ ਜਿਹੜੀਆਂ ਆਪੇ ਹੀ ਵਸਤੂਆਂ ਰੱਖੀਆਂ ਰਖਵਾਈਆਂ ਹੋਈਆਂ ਸਨ, ਉਹਨਾਂ ਵੱਲ ਵੇਖ ਵੇਖ ਕੇ ਬਹੁਤ ਹੈਰਾਨ ਹੋ ਗਏ। ਕੁਛ ਤੇ ਕੁਛ ਕਰਕੇ ਦਿਖਰਾਵਤ, ਤੇ ਇਸ ਤਰ੍ਹਾਂ ਉਹਨਾਂ ਨੇ ਜਾਣ ਲਿਆ। ਫਿਰ ਕਹਿਣ ਲੱਗੇ ਆਪਸ ਵਿੱਚ, ਇਹ ਤਾਂ ਕੁਛ ਦਾ ਕੁਛ ਕਰਕੇ ਦਿਖਾ ਦਿੰਦੇ ਹਨ। ਕੋਈ ਨ ਸਰਬਰ ਇਹੋ ਸੰਗ ਆਵਤ, ਤੇ ਇਹਨਾਂ ਨਾਲ ਜੇਕਰ ਕੋਈ ਪਹੁੰਚਣਾ ਚਾਹੇ ਕਿ ਇਹਨਾਂ ਦੀ ਮੈਂ ਬਰਾਬਰਤਾ ਕਰ ਸਕਾਂ, ਇਹਨਾਂ ਦੇ ਬਰਾਬਰੀ ਕਰਕੇ ਇਹਨਾਂ ਦੀ ਨਿਰਾਦਰੀ ਕਰ ਸਕਾਂ, ਸੋ ਇਹਨਾਂ ਦਾ ਨਿਰਾਦਰ ਕਰਨ ਵਾਸਤੇ ਵੀ ਕੋਈ ਪਹੁੰਚ ਨਹੀਂ ਕਰ ਸਕਦਾ। ਬਹੁਰ ਸ਼ਾਹੋ ਹਸਬੇ ਕੀ ਬਾਤ, ਨਾ ਇਹਨਾਂ ਦੀ ਕੋਈ ਬਰਾਬਰੀ ਕਰ ਸਕਦਾ ਹੈ। ਤੇ ਇਸ ਪ੍ਰਕਾਰ ਫਿਰ ਜਦੋਂ ਹੈਰਾਨ ਹੋ ਗਏ ਹੈ ਸਭ, ਤੇ ਔਰੰਗਜ਼ੇਬ ਹੱਸਣ ਵਾਲੀਆਂ ਗੱਲਾਂ ਲੱਗਾ ਕਰਨ। ਕਰਤ ਰਹਿਓ ਕੇਤਕ ਬਖਿਆਤ, ਤੇ ਫਿਰ ਕਿੰਨਾ ਹੀ ਸਮਾਂ ਪ੍ਰਗਟ ਹੀ ਹੋਰ ਗੱਲਾਂ ਬਾਤਾਂ ਇਹ ਬਾਦਸ਼ਾਹ ਔਰੰਗਜ਼ੇਬ ਕਰਦਾ ਰਿਹਾ। ਹੋਏ ਪਰਸ ਪਰ ਮਹਿਦ ਪ੍ਰਸੰਨ, ਤੇ ਆਪਸ ਵਿੱਚ ਬਹੁਤ ਹੀ ਖੁਸ਼ੀ ਸਹਿਤ ਗੱਲਬਾਤ ਕੀਤੀ ਹੈ। ਕਹਿਤ ਭਇਓ ਤੁਮ ਸਤਿਗੁਰ ਧਨ, ਤੇ ਫਿਰ ਕਹਿਣਾ ਪਿਆ ਇਸ ਔਰੰਗਜ਼ੇਬ ਨੂੰ ਕਿ ਤੁਹਾਡੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਹਨ, ਧੰਨ ਹਨ ਤੁਹਾਡੇ ਪਿਤਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ। ਜਿਨ ਕੀ ਸਮਤਾ ਕਰਹਿ ਨ ਕੋਈ, ਤੇ ਉਹਨਾਂ ਦੀ ਵੀ ਧੰਨਤਾ ਹੈ, ਉਹ ਵੀ ਧੰਨਤਾ ਯੋਗ ਨੇ, ਤੇ ਤੁਸੀਂ ਵੀ ਧੰਨਤਾ ਦੇ ਯੋਗ ਹੋ, ਜਿਨ੍ਹਾਂ ਦੀ ਬਰਾਬਰੀ ਦੂਸਰਾ ਕੋਈ ਨਹੀਂ ਕਰ ਸਕਦਾ। ਕਵ ਸੰਤੋਖ ਸਿੰਘ ਦੀਰਘ ਸੋਈ, ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਔਰੰਗਜ਼ੇਬ ਨੇ ਆਖਿਆ ਕਿ ਤੁਹਾਡੇ ਗੁਰੂ ਸਾਹਿਬ ਵੱਡੇ ਹਨ, ਤੇ ਗੁਰੂ ਸਾਹਿਬ ਨੇ ਤੁਹਾਨੂੰ ਜੋ ਆਪਣੇ ਸਪੁੱਤਰ ਜਾਣ ਕੇ ਆਪਣੀ ਬਖਸ਼ਿਸ਼ ਕਰਾਮਾਤ ਦੇ ਕੇ ਭੇਜਿਆ ਹੈ, ਤੁਸੀਂ ਵੀ ਵੱਡੇ ਹੋ। ਦੋਹਰਾ ਬਿਸਮਾਵਤ ਸਭ ਨਰਨ ਯੁਤ, ਤੇ ਸਭ ਲੋਕਾਂ ਦੇ ਸਹਿਤ ਔਰੰਗਜ਼ੇਬ ਜੋ ਹੈਰਾਨ ਹੋ ਗਿਆ। ਸ਼ਾਹ ਦੁਰਗ ਮਹਿ ਆਏ, ਤੇ ਮੈਂ ਹੈਰਾਨ ਹੁੰਦਾ ਹੋਇਆ ਉਥੋਂ ਗੁਰੂ ਕੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦੇ ਡੇਰਿਓਂ ਮੁੜ ਕੇ ਆਪਣੇ ਕਿਲੇ ਵਿੱਚ ਆਇਆ। ਕਿਉਂ ਹੂੰ ਹੋਤ ਨ ਤਰੇ ਇਹੋ, ਤੇ ਇਸ ਤਰ੍ਹਾਂ ਸੋਚਦਾ ਤੇ ਦੂਸਰਿਆਂ ਨੂੰ ਮੈਂ ਦੱਸਦਾ ਕਿ ਭਾਵੇਂ ਮੈਂ ਵੀ ਬੜਾ ਹੀ ਇਹਨਾਂ ਦੀ ਹੇਠੀ ਕਰਨ ਦਾ ਯਤਨ ਕੀਤਾ ਹੈ,
ਤੇ ਤੁਸੀਂ ਮੈਂ ਬਹੁਤ ਤਰੀਕੇ ਦੱਸੇ ਨੇ ਛਲ ਕਪਟ ਕਰਨ ਵਾਸਤੇ, ਬੜੇ ਹੀ ਢੰਗ ਦੱਸੇ ਹੈ ਇਹਨਾਂ ਦੀ ਨਿਰਾਦਰੀ ਕਰਨ ਵਾਸਤੇ, ਪਰ ਇਹਨਾਂ ਨੂੰ ਅਸੀਂ ਵੀ ਕਿਸੇ ਪ੍ਰਕਾਰ ਵੀ ਹੇਠਾਂ ਨਹੀਂ ਕਰ ਸਕੇ, ਲੱਜਿਤ ਇਹਨਾਂ ਨੂੰ ਨਹੀਂ ਕਰ ਸਕੇ ਹਾਂ। ਪਚਹਾਰੇ ਸਮੁਦਾਏ, ਤੇ ਸਭ ਅਸੀਂ ਤਾਂ ਪਚ ਖੱਪ ਕੇ ਹਾਰ ਗਏ ਹਾਂ, ਤੇ ਤੁਸੀਂ ਵੀ ਹਾਰ ਥੱਕ ਗਏ ਹੋ ਇਸ ਤਰ੍ਹਾਂ ਦੇ ਛਲ ਕਪਟ ਕਰਦੇ ਕਰਾਉਂਦੇ ਹੋਏ। ਇਉਂ ਔਰੰਗਜ਼ੇਬ ਨੂੰ ਕਹਿਣਾ ਪਿਆ, ਇਵੇਂ ਜੋ ਇਹਨਾਂ ਨੇ ਛਲ ਰਚੇ ਸਨ, ਸਭ ਇਹਨਾਂ ਦੇ ਛਲ ਜੋ ਵਿਅਰਥ ਕਰ ਦਿੱਤੇ। ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੇ ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਬਿਸਮਾਵਤ ਸਭ ਨਰਨ ਯੁਤ, ਸ਼ਾਹ ਦੁਰਗ ਮਹਿ ਆਏ, ਕਿਉਂ ਹੋਤ ਨ ਤਰੇ ਇਹੋ, ਪਚਹਾਰੇ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।